प्यारे बच्चों, ਅੱਖਰਾਂ ਨਾਲ ਅਲੱਗ-ਅਲੱਗ ਮਾਤਰਾਵਾਂ ਲਗਾ ਕੇ ਸ਼ਬਦ ਬਣਦੇ ਹਨ। ਅੱਜ ਆਪਾਂ ਪਹਿਲੀ ਮਾਤਰਾ ਕੰਨਾਂ ਬਾਰੇ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਬੱਚਿਓ, ਇਹ ਕੰਨਾ ਮਾਤਰਾ ਹੈ। ਇਸ ਵਿੱਚੋਂ ਆ ਦੀ ਆਵਾਜ਼ ਆਉਂਦੀ ਹੈ। जरा दस्यो तां केड़ी आवाज आउंदी है? बिल्कुल ठीक, आ दी आवाज। आओ हुण कुछ अखरां नाल कन्ना लगा के इस दा उच्चारण करिए। सा, हा, का, खा, गा, का, चा, छा, जा, चा, टा, था, डा, टा, ता, था, दा, ता, ना, पा। आओ हुण ਕੰਨਾ ਮਾਤਰਾ ਨਾਲ ਬਣਨ ਵਾਲੇ ਕੁਝ ਸ਼ਬਦਾਂ ਨੂੰ ਪੜ੍ਹਨ ਦਾ ਅਭਿਆਸ ਕਰਦੇ ਹਾਂ। ਰਾਮ, ਰਾਮ। ਦਾਲ, दाल। थाल, थाल। साग, साग। बाग, बाग। रात, रात। काका, काका। ताला, ताला। मामा, मामा। नाना, नाना। चाचा, चाचा। दादा, दादा। पापा, पापा। बाबा, बाबा। राजा, राजा। वाजा, वाजा। काला, काला। गारा, गारा। प्यारे बच्चों, अज आपां संख्या पट्टी की मदद नाल बिल्कुल पहलां वाली संख्या, बिल्कुल बाद वाली संख्या अते विचकारली संख्या लिखना सीखांगे। प्यारे बच्चों, अज आपां संख्या पट्टी की मदद नाल बिल्कुल पहलां वाली संख्या लिखना सीखांगे। इत्थे आपां नूं संख्या 15 दित्ती गई है ते 15 तो बिल्कुल पहला किहड़ी संख्या आउंदी है आपां इत्थे भरनी है। आओ संख्या पट्टी विच देखते हाँ कि 15 तो बिल्कुल पहला किहड़ी संख्या आउंदी है? हाँ जी, 14। तो इत्थे आपां संख्या 14 भरांगे। अगला सवाल, इत्थे संख्या दित्ती गई है 17 ते 17 तो बिल्कुल पहला किहड़ी संख्या आउंदी है? आओ संख्या पट्टी विच देखिए कि 17 तो बिल्कुल पहला किहड़ी संख्या आउंदी है? हाँ जी, 16। तो आप इत्थे संख्या 16 भरांगे। अगला सवाल देखो, इत्थे संख्या दित्ती गई है 11 ते 11 तो बिल्कुल पहला किहड़ी संख्या आउंदी है? आओ
ਸੰਖਿਆ ਪੱਟੀ ਵਿੱਚ ਦੇਖਦੇ ਹਾਂ। 11 ਤੋਂ ਬਿਲਕੁਲ ਪਹਿਲਾਂ ਸੰਖਿਆ 10 ਆਉਂਦੀ ਹੈ, ਤਾਂ ਇੱਥੇ ਆਪਾਂ ਸੰਖਿਆ 10 ਭਰਾਂਗੇ। ਪਿਆਰੇ ਬੱਚਿਓ, ਹੁਣ ਆਪਾਂ ਬਿਲਕੁਲ ਬਾਅਦ ਵਾਲੀ ਸੰਖਿਆ ਲਿਖਣਾ ਸਿੱਖਾਂਗੇ। ਇੱਥੇ ਆਪਾਂ ਨੂੰ ਸੰਖਿਆ 14 ਦਿੱਤੀ ਗਈ ਹੈ। 14 ਤੋਂ ਬਿਲਕੁਲ ਬਾਅਦ ਕਿਹੜੀ ਸੰਖਿਆ ਆਉਂਦੀ ਹੈ? ਆਓ ਸੰਖਿਆ ਪੱਟੀ ਵਿੱਚ ਦੇਖੀਏ। 14 ਤੋਂ ਬਿਲਕੁਲ ਬਾਅਦ ਸੰਖਿਆ 15 ਆਉਂਦੀ ਹੈ, ਤਾਂ ਇੱਥੇ ਆਪਾਂ ਸੰਖਿਆ 15 ਭਰਾਂਗੇ। ਅਗਲਾ ਸਵਾਲ ਦੇਖੋ, ਇੱਥੇ ਸੰਖਿਆ ਦਿੱਤੀ ਗਈ ਹੈ 16 ਤੇ 16 ਤੋਂ ਬਿਲਕੁਲ ਬਾਅਦ ਕਿਹੜੀ ਸੰਖਿਆ ਆਉਂਦੀ ਹੈ? ਆਓ ਸੰਖਿਆ ਪੱਟੀ ਵਿੱਚ ਦੇਖੀਏ। 16 ਤੋਂ ਬਿਲਕੁਲ ਬਾਅਦ ਸੰਖਿਆ 17 ਆਉਂਦੀ ਹੈ, ਤਾਂ ਇੱਥੇ ਆਪਾਂ ਸੰਖਿਆ 17 ਭਰਾਂਗੇ। ਅਗਲਾ ਸਵਾਲ ਹੱਲ ਕਰਦੇ ਹਾਂ। ਇੱਥੇ ਆਪਾਂ ਨੂੰ ਸੰਖਿਆ ਦਿੱਤੀ ਗਈ ਹੈ 12 ਤੇ 12 ਤੋਂ ਬਿਲਕੁਲ ਬਾਅਦ ਕਿਹੜੀ ਸੰਖਿਆ ਆਉਂਦੀ ਹੈ? ਆਓ ਦੇਖੀਏ। ਸੰਖਿਆ 12 ਤੋਂ ਬਿਲਕੁਲ ਬਾਅਦ ਕਿਹੜੀ ਸੰਖਿਆ ਆਉਂਦੀ ਹੈ? ਹਾਂਜੀ, 13, ਤੇ ਆਪਾਂ ਇੱਥੇ ਸੰਖਿਆ 13 ਭਰਾਂਗੇ। ਪਿਆਰੇ ਬੱਚਿਓ, ਹੁਣ ਆਪਾਂ ਵਿਚਕਾਰਲੀ ਸੰਖਿਆ ਲਿਖਣੀ ਸਿੱਖਾਂਗੇ। ਇੱਥੇ ਆਪਾਂ ਨੂੰ ਦੋ ਸੰਖਿਆਵਾਂ ਦਿੱਤੀਆਂ ਗਈਆਂ ਹਨ, 12 ਅਤੇ 14। ਇਹਨਾਂ ਦੋਹਾਂ ਸੰਖਿਆਵਾਂ ਦੇ ਵਿਚਕਾਰ ਕਿਹੜੀ ਸੰਖਿਆ ਆਉਂਦੀ ਹੈ? ਆਪਾਂ ਇੱਥੇ ਭਰਨੀ ਹੈ। ਆਓ ਸੰਖਿਆ ਪੱਟੀ ਵਿੱਚ ਦੇਖਦੇ ਹਾਂ ਕਿ ਸੰਖਿਆ 12 ਤੇ 14 ਦੇ ਵਿਚਕਾਰ ਕਿਹੜੀ ਸੰਖਿਆ ਆਉਂਦੀ ਹੈ? ਹਾਂਜੀ, 13, ਤਾਂ ਆਪਾਂ ਇੱਥੇ ਸੰਖਿਆ 13 ਭਰਾਂਗੇ। ਅਗਲਾ ਸਵਾਲ ਦੇਖੋ, ਇੱਥੇ ਆਪਾਂ ਨੂੰ ਸੰਖਿਆ 16 ਅਤੇ 18 ਦਿੱਤੀ ਗਈ ਹੈ, ਤੇ ਆਪਾਂ ਇਹਨਾਂ ਦੇ ਵਿਚਕਾਰ ਕਿਹੜੀ ਸੰਖਿਆ ਆਉਂਦੀ ਹੈ ਉਹ ਸੰਖਿਆ ਪੱਟੀ ਵਿੱਚ ਦੇਖਦੇ ਹਾਂ। ਸੰਖਿਆ 16 ਤੇ ਸੰਖਿਆ 18 ਦੇ ਵਿਚਕਾਰ ਕਿਹੜੀ ਸੰਖਿਆ ਆਉਂਦੀ ਹੈ? ਹਾਂਜੀ, ਬਿਲਕੁਲ ਸਹੀ, 17, ਤਾਂ ਆਪਾਂ ਇੱਥੇ ਸੰਖਿਆ 17 ਭਰਾਂਗੇ। ਅਗਲਾ ਸਵਾਲ ਦੇਖੋ, ਇੱਥੇ ਆਪਾਂ ਨੂੰ ਸੰਖਿਆ 14 ਅਤੇ 16 ਦਿੱਤੀ ਗਈ ਹੈ। ਇਹਨਾਂ ਦੇ ਵਿਚਕਾਰ ਕਿਹੜੀ ਸੰਖਿਆ ਆਉਂਦੀ ਹੈ? ਆਓ ਸੰਖਿਆ ਪੱਟੀ ਵਿੱਚ ਦੇਖੀਏ। ਸੰਖਿਆ 14 ਤੇ ਸੰਖਿਆ 16, ਇਹਨਾਂ ਦੇ ਵਿਚਕਾਰ ਕਿਹੜੀ ਸੰਖਿਆ ਆਉਂਦੀ ਹੈ ਬੱਚਿਓ? ਹਾਂਜੀ, ਸੰਖਿਆ 15, ਤਾਂ ਆਪਾਂ ਇੱਥੇ ਸੰਖਿਆ 15 ਭਰਾਂਗੇ। ਪਿਆਰੇ ਬੱਚਿਓ, ਅੱਜ ਆਪਾਂ ਸੰਖਿਆ ਪੱਟੀ ਦੀ ਮਦਦ ਨਾਲ ਬਿਲਕੁਲ ਪਹਿਲਾਂ ਵਾਲੀ ਸੰਖਿਆ, ਬਿਲਕੁਲ ਬਾਅਦ ਵਾਲੀ ਸੰਖਿਆ ਅਤੇ ਵਿਚਕਾਰਲੀ ਸੰਖਿਆ ਲਿਖਣਾ ਸਿੱਖਿਆ। ਪਿਆਰੇ ਬੱਚਿਓ, ਹੁਣ ਤੁਸੀਂ ਘਰ ਬੈਠ ਕੇ ਆਪਣੀ ਗਣਿਤ ਦੀ ਪੁਸਤਕ ਵਿੱਚੋਂ ਪੰਨਾ ਨੰਬਰ 58 ਤੋਂ ਇਹਨਾਂ ਸਾਰੇ ਸਵਾਲਾਂ ਨੂੰ ਆਪਣੀਆਂ ਕਾਪੀਆਂ ਉੱਤੇ ਜ਼ਰੂਰ ਹੱਲ ਕਰਨਾ ਹੈ। ਥੈਂਕ ਯੂ। Good morning, students. Today I have an interesting activity for you. Children, here we are given a set of letters along with their pictures. Now you will help me to choose the incorrect pair. Let's read. C, C, cat. G, G, grapes. B, B, ball. L, elephant. No, it's the incorrect pair. L, lion. So we will put a cross on the incorrect pair. Let's revise. C, cat. G, grapes. B, ball. Well done, students. Now children, I have another set for you. Let's read. D, dog. I, kite. No, it's the incorrect pair. I, igloo is the correct one. So we will put a cross on the incorrect pair. Now F,
fish. H her hen. Well done, students. Let's revise. D dog. F for fish. H her hen. Good. Let's do the another set. A apple. L lion. G ball. No, it's the incorrect pair. G grapes. So we will put a cross on the incorrect pair. Let's read the other one. K kite. Well done, students. Let's revise. A apple. L lion. K kite. Very well done, students. Children, here is another set for you. Let's read. Elephant. A apple. C grapes. No, it's the incorrect pair. C cat is the correct one. Cat. So we will put a cross on the incorrect pair. K kite. Well done, students. Let's revise. Elephant. A apple. K kite. Very well done, students. Keep it up. Children, it's time for homework. Now you will choose the incorrect pair. You are given a set of letters along with their pictures. Put a cross on the incorrect pair. Give your best. Keep learning. Thank you. ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਆਨਲਾਈਨ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਹੁਣ ਤੱਕ ਤੁਸੀਂ ਫਲਾਂ ਦੇ ਨਾਂ, ਰੰਗਾਂ ਦੇ ਨਾਂ, ਸਬਜ਼ੀਆਂ ਅਤੇ ਜਾਨਵਰਾਂ ਦੇ ਨਾਂ ਕਰ ਚੁੱਕੇ ਹੋ। ਅੱਜ ਅਸੀਂ ਪੰਨਾ ਨੰਬਰ 35 ਦਿੱਤਾ ਅਭਿਆਸ ਪ੍ਰਸ਼ਨ ਕਰਾਂਗੇ। ਆਓ ਸ਼ੁਰੂ ਕਰਦੇ ਹਾਂ। ਹਾਂਜੀ ਬੱਚਿਓ, ਅੱਜ ਦੇ ਅਭਿਆਸ ਪ੍ਰਸ਼ਨ ਵਿੱਚ ਤੁਹਾਨੂੰ ਦਿੱਤੇ ਗਏ ਸ਼ਬਦਾਂ ਵਿੱਚੋਂ ਰੰਗਾਂ ਦੇ ਨਾਂ, ਫਲਾਂ ਦੇ ਨਾਂ, ਸਬਜ਼ੀਆਂ ਦੇ ਨਾਂ ਅਤੇ ਜਾਨਵਰਾਂ ਦੇ ਨਾਂ ਦੀ ਚੋਣ ਕਰਨੀ ਹੈ। ਬੱਚਿਓ, ਪਹਿਲਾ ਸ਼ਬਦ ਦੇਖੋ ਕੀ ਹੈ? ਗਾਂ। ਦੱਸੋ ਇਹ ਕਿਸ ਸੂਚੀ 'ਚ ਆਏਗਾ? मैडम जी ए जानवरां दी सूची च आएगा। हाँ जी, बिल्कुल सही। हुण अगला शब्द देखो की है? पीला। दसो ए किस सूची विच आएगा? मैडम जी इधर रंगां दी सूची विच आएगा। बिल्कुल सही। अगला शब्द देखो हुण की है? केला। हाँ जी, ये किस विच आएगा? मैडम जी केला का एक फल है, ये फलां दी सूची विच आएगा। बिल्कुल सही जवाब। हुण अगला शब्द देखो की है? टमाटर। हाँ जी, लाल लाल टमाटर किस सूची विच आएगा? मैडम जी टमाटर का सब्जियां दी सूची विच आएगा। शाबाश प्यारे बच्चों, तुसी सारे जवाब सही दिते हैं। आओ अगले शब्द देखिए। सेब। हाँ जी बच्चों, सेब फलां दे नाम दी सूची विच आएगा। अगला शब्द है संतरी। ए बच्चों
रंगां दी सूची विच आएगा? हाँ जी बच्चों, मूली सब्जियां दी सूची विच आएगी। हाँ जी बच्चों, शेर नू जंगल दा राजा किया जांदा है। ਇਹ ਜਾਨਵਰਾਂ ਦੀ ਸੂਚੀ ਵਿੱਚ ਆਏਗਾ। ਆਓ ਬੱਚਿਓ, ਹੁਣ ਅਸੀਂ ਰੰਗਾਂ ਦੇ ਨਾਂ, ਫਲਾਂ ਦੇ ਨਾਂ, ਸਬਜ਼ੀਆਂ ਦੇ ਨਾਂ ਤੇ ਜਾਨਵਰਾਂ ਦੇ ਨਾਂ ਪੂਰੇ ਕਰ ਲਈਏ। हाँ जी प्यारे विद्यार्थियों, हुण वारी है घर दे काम दी। घर दे काम विच बच्चों, तुसीं अज दे कराए गए अभ्यास प्रश्न नूं अपनी कापियां ते सोहनी लिखाई विच लिखना है। धन्नवाद बच्चों। सत श्री अकाल प्यारे बच्चों ਅੱਜ ਅਸੀਂ ਸਿੱਖਾਂਗੇ ਕਰੰਸੀ ਨੋਟਾਂ ਦੀ ਵਰਤੋਂ ਦੇ ਨਾਲ ਸੰਖਿਆਵਾਂ ਨੂੰ 10-10 ਕਰਕੇ ਕਦੇ ਘਟਾਉਣਾ ਅਤੇ ਕਦੇ ਵਧਾਉਣਾ। ਤੇ ਆਓ ਸ਼ੁਰੂ ਕਰਦੇ ਹਾਂ। ਬੱਚਿਓ, ਅੱਜ ਗੁਰਨੂਰ ਦੇ ਸਕੂਲ ਵਿੱਚ ਪੇਂਟਿੰਗ ਮੁਕਾਬਲਾ ਹੈ, ਇਸ ਲਈ ਉਹ ਵੱਖ-ਵੱਖ ਤਰ੍ਹਾਂ ਦੇ ਰੰਗ ਖਰੀਦਣਾ ਚਾਹੁੰਦਾ ਹੈ। ਆਓ ਦੇਖੀਏ ਗੁਰਨੂਰ ਦੀ ਗੋਲਕ ਵਿੱਚ ਕਿੰਨੇ ਰੁਪਏ ਹਨ। 10, 20, 30, 40, 50, 51, 52, 53, 54, 55। ਤਾਂ ਗੁਰਨੂਰ ਕੋਲ ਹਨ 55 ਰੁਪਏ। ਗੁਰਨੂਰ ਦੇ ਦਾਦਾ ਜੀ ਨੇ ਗੁਰਨੂਰ ਨੂੰ 10 ਰੁਪਏ ਦਿੱਤੇ। 55 ਅਤੇ 10 65। ਹੁਣ ਗੁਰਨੂਰ ਕੋਲ ਹਨ 65 ਰੁਪਏ। ਗੁਰਨੂਰ ਦੇ ਦਾਦਾ ਜੀ ਤੋਂ ਬਾਅਦ ਗੁਰਨੂਰ ਦੇ ਪਿਤਾ ਜੀ ਨੇ ਵੀ ਉਸ ਨੂੰ 10 ਰੁਪਏ ਦਿੱਤੇ। 65 ਅਤੇ 10 75। ਹੁਣ ਗੁਰਨੂਰ ਕੋਲ ਹਨ 75 ਰੁਪਏ। ਗੁਰਨੂਰ ਨੇ ਆਪਣੇ ਰੁਪਈਆਂ ਵਿੱਚੋਂ 10 ਰੁਪਏ ਆਪਣੀ ਭੈਣ ਨੂੰ ਦੇ ਦਿੱਤੇ। ਗੁਰਨੂਰ ਨੇ ਜਦੋਂ 10 ਰੁਪਏ ਆਪਣੀ ਭੈਣ ਨੂੰ ਦਿੱਤੇ ਤਾਂ ਉਸ ਕੋਲ ਰਹਿ ਗਏ 65 ਰੁਪਏ। ਗੁਰਨੂਰ ਦੀ ਮਾਤਾ ਜੀ ਨੇ ਵੀ ਗੁਰਨੂਰ ਨੂੰ 10 ਰੁਪਏ ਦਿੱਤੇ। ਹੁਣ ਗੁਰਨੂਰ ਕੋਲ ਹੋ ਗਏ 75 ਰੁਪਏ। ਗੁਰਨੂਰ ਦੀ ਦਾਦੀ ਜੀ ਨੇ ਵੀ ਗੁਰਨੂਰ ਨੂੰ 10 ਰੁਪਏ ਦਿੱਤੇ ਤਾਂ ਹੁਣ ਗੁਰਨੂਰ ਕੋਲ ਹੋ ਗਏ 85 ਰੁਪਏ। ਗੁਰਨੂਰ ਨੇ ਆਪਣੇ ਰੁਪਈਆਂ ਦੇ ਵਿੱਚੋਂ 10 ਰੁਪਏ ਆਪਣੇ ਭਰਾ ਨੂੰ ਦੇ ਦਿੱਤੇ। ਗੁਰਨੂਰ ਨੇ ਜਦੋਂ 10 ਰੁਪਏ ਆਪਣੇ ਭਰਾ ਨੂੰ ਦਿੱਤੇ ਤਾਂ ਉਸ ਕੋਲ ਰਹਿ ਗਏ 75 ਰੁਪਏ। ਗੁਰਨੂਰ ਨੇ ਆਪਣੇ ਰੁਪਈਆਂ ਦੇ ਵਿੱਚੋਂ 10 ਰੁਪਏ ਦੇ ਰੰਗ ਖਰੀਦ ਲਏ। ਗੁਰਨੂਰ ਨੇ ਜਦੋਂ 10 ਰੁਪਏ ਦੇ ਰੰਗ ਖਰੀਦ ਲਏ ਤਾਂ ਉਸ ਕੋਲ ਰਹਿ ਗਏ 65 ਰੁਪਏ। ਬੱਚੋ, ਅੱਜ ਅਸੀਂ ਸਿੱਖਿਆ ਕਰੰਸੀ ਨੋਟਾਂ ਦੀ ਵਰਤੋਂ ਨਾਲ ਸੰਖਿਆਵਾਂ ਨੂੰ ਘਟਾਉਣਾ ਅਤੇ ਵਧਾਉਣਾ। ਬੱਚੋ, ਜਦੋਂ ਸਾਨੂੰ ਰੁਪਏ ਕਿਤੋਂ ਮਿਲਦੇ ਹਨ ਤਾਂ ਸਾਡੇ ਰੁਪਏ ਵੱਧ ਜਾਂਦੇ ਹਨ, ਮਤਲਬ ਅਸੀਂ ਜੋੜ ਕਰਦੇ ਹਾਂ। ਅਤੇ ਜਦੋਂ ਅਸੀਂ ਰੁਪਏ ਕਿਸੇ ਨੂੰ ਦਿੰਦੇ ਹਾਂ ਤਾਂ ਸਾਡੇ ਰੁਪਏ ਘਟ ਜਾਂਦੇ ਹਨ, ਮਤਲਬ ਅਸੀਂ ਘਟਾਓ ਕਰਦੇ ਹਾਂ। ਬੱਚੋ, ਹੁਣ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਕੁਝ ਕਰੰਸੀ ਨੋਟ ਬਣਾ ਲੈਣੇ ਹਨ ਅਤੇ ਜਮ੍ਹਾਂ ਰਾਸ਼ੀ ਵਿੱਚ 10-10 ਰੁਪਏ ਵਧਾਉਂਦੇ ਅਤੇ ਘਟਾਉਂਦੇ ਹੋਏ ਬਣਦੀ ਰਾਸ਼ੀ ਪਤਾ ਕਰਨੀ ਹੈ। ਧੰਨਵਾਦ। Hello students. Today we will learn about sound I. So let's start. D, ip, dip, her, ip, hip, l, ip, lip. This is a lip. N, ip, nip. He is nipping. S,
Ip, sip, some mouthful of a drink. The boy is sipping. T, ip, tip, the tip of a pencil. Z, ip, zip, this is a zip. P, ip, pip, the hard part of the fruit is pip. Let's read again. D, ip, dip, H, ip, hip, L, ip, lip, this is a lip. N, ip, nip, S, ip, sip, a small mouthful of a drink. T, ip, tip, this is the tip of a pencil. Z, ip, zip, this is a zip. P, ip, pip, the hard part of the fruit is pip. Let's revise. Dip, hip, lip, nip, sip, tip, zip, pip. Now it's time for homework. Dear students, now you have to read and write these words in your notebook. प्यारे बच्चों सत श्री अकाल। ਬੱਚਿਓ ਇਹ ਅਰਸ਼ ਹੈ। ਅਰਸ਼ ਤੀਜੀ ਜਮਾਤ ਵਿੱਚ ਪੜ੍ਹਦਾ ਹੈ ਤੇ ਬਹੁਤ ਹੀ ਹੁਸ਼ਿਆਰ ਬੱਚਾ ਹੈ। ਅੱਜ ਅਰਸ਼ ਦੇ ਮੈਡਮ ਜੀ ਨੇ ਪੰਜਾਬੀ ਦਾ ਪਾਠ 9 ਸਾਈਕਲ ਦੇ ਝੂਟੇ ਪੜ੍ਹਾਇਆ ਸੀ ਤੇ ਪਾਠ ਵਿਚਲੀਆਂ ਤਸਵੀਰਾਂ ਨੂੰ ਬਣਾਉਣ ਲਈ ਕਿਹਾ ਸੀ। ਅਰਸ਼ ਆਪਣੇ ਘਰ ਬੈਠਾ ਤਸਵੀਰਾਂ ਬਣਾ ਰਿਹਾ ਸੀ ਤੇ ਤਸਵੀਰ ਬਣਾਉਂਦਾ ਬਣਾਉਂਦਾ ਉਹ ਕਿਹੜੇ ਵੇਲੇ ਸੌਂ ਗਿਆ ਉਸਨੂੰ ਪਤਾ ਹੀ ਨਹੀਂ ਚੱਲਿਆ। ਸੁਪਨੇ 'ਚ ਪਤਾ ਉਹ ਕੀ ਦੇਖਦਾ ਹੈ, ਉਸਦਾ ਬਸਤਾ ਹਿੱਲ ਰਿਹਾ ਹੁੰਦਾ ਹੈ। ਅਚਾਨਕ ਉਸਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਖਰਗੋਸ਼, ਕੁੱਤਾ ਤੇ ਚੂਹਾ ਨਿਕਲ ਕੇ ਉਸਦੀ ਸਾਈਕਲ ਲੈ ਕੇ ਕਿਧਰੇ ਚਲੇ ਜਾਂਦੇ ਹਨ ਤੇ ਫਿਰ ਉਹ ਦੇਖਦਾ ਹੈ ਬੜਾ ਸੁਹਾਵਣਾ ਦਿਨ ਹੈ, ਖੁੱਲਾ ਨੀਲਾ ਆਕਾਸ਼ ਤੇ ਕਿਧਰੇ ਕਿਧਰੇ ਕੋਈ ਕੋਈ ਬੱਦਲ ਤੇ ਸੜਕ ਦੇ ਕਿਨਾਰੇ ਹਰਿਆਲੀ ਹੈ ਤੇ ਕੋਈ ਕੋਈ ਰੁੱਖ ਵੀ ਲੱਗਾ ਹੋਇਆ ਹੈ ਤੇ ਇਹ ਕੀ ਸੜਕ ਤੇ ਕੋਈ ਸਾਈਕਲ ਚਲਾਉਂਦਾ ਜਾ ਰਿਹਾ ਹੈ। ਓ ਇਹ ਤਾਂ ਖਰਗੋਸ਼ ਸਾਈਕਲ ਚਲਾ ਰਿਹਾ ਹੈ ਤੇ ਚੂਹਾ ਹੈਂਡਲ ਦੇ ਕੋਲ ਅੱਗੇ ਬੈਠਾ ਹੈ ਤੇ ਕੁੱਤਾ ਪਿੱਛੇ। ਤਿੰਨੋਂ ਬੜੇ ਖੁਸ਼ ਨਜ਼ਰ ਆ ਰਹੇ ਨੇ
ਕੁੱਤਾ ਟਾਈ ਲਗਾ ਕੇ ਬੈਠਾ ਹੈ। ਤੇ ਅਚਾਨਕ ਉਹਨਾਂ ਦੀ ਸਾਈਕਲ ਅੱਗੇ ਇੱਕ ਵੱਡਾ ਸਾਰਾ ਪੱਥਰ ਆ ਜਾਂਦਾ ਹੈ। ਖਰਗੋਸ਼ ਪੱਥਰ ਨੂੰ ਹਟਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਕੁੱਤਾ ਤੇ ਚੂਹਾ ਦੋਵੇਂ ਉਹਨੂੰ ਕੁਝ ਕਹਿ ਰਹੇ ਹੁੰਦੇ ਹਨ। ਲੱਗਦਾ ਹੈ ਉਹਨੂੰ ਕਹਿ ਰਹੇ ਨੇ ਕਿ ਬਈ ਅਸੀਂ ਵੀ ਤੇਰੀ ਮਦਦ ਕਰਦੇ ਹਾਂ, ਤੂੰ ਰੁਕ ਤਾਂ ਸਹੀ। ਪਰ ਖਰਗੋਸ਼ ਕਿੱਥੇ ਮੰਨੇ। ਖਰਗੋਸ਼ ਕਹਿੰਦਾ ਮੈਂ ਤਾਂ ਇਕੱਲਾ ਹੀ ਫੱਟੇ ਚੱਕ ਦੂੰਗਾ। ਖਰਗੋਸ਼ ਨੇ ਪੂਰਾ ਜ਼ੋਰ ਲਗਾਇਆ ਪਰ ਪੱਥਰ ਟਸ ਤੋਂ ਮਸ ਨਾ ਹੋਇਆ। ਕੁੱਤਾ ਤੇ ਚੂਹਾ ਦੋਵੇਂ ਕਹਿਣ ਲੱਗੇ ਬਈ ਤੈਨੂੰ ਅਸੀਂ ਕਿੰਨੀ ਦੇਰ ਦੇ ਕਹਿ ਰਹੇ ਹਾਂ ਕਿ ਅਸੀਂ ਤੇਰੇ ਨਾਲ ਇਹ ਪੱਥਰ ਹਟਾਉਣੇ ਆ, ਪਰ ਤੂੰ ਸੁਣਦਾ ਕਿਉਂ ਨਹੀਂ। ਅਖੀਰ ਤਿੰਨਾਂ ਨੇ ਮਿਲ ਕੇ ਜ਼ੋਰ ਲਗਾਇਆ ਤੇ ਪੱਥਰ ਨੂੰ ਹਟਾਉਣ ਲਈ ਪੂਰੀ ਕੋਸ਼ਿਸ਼ ਕਰਨ ਲੱਗੇ। ਤਿੰਨੋਂ ਬਹੁਤ ਜ਼ੋਰ ਲਗਾ ਰਹੇ ਸਨ। ਅਸਲ ਵਿੱਚ ਪੱਥਰ ਬਹੁਤ ਵੱਡਾ ਸੀ। ਤਿੰਨਾਂ ਦਾ ਪੂਰਾ ਜ਼ੋਰ ਲੱਗ ਗਿਆ ਤੇ ਉਧਰ ਅਰਸ਼ ਆਪਣੇ ਸਿਰਹਾਣੇ ਨੂੰ ਇਸ ਤਰ੍ਹਾਂ ਅੱਗੇ ਧਕੇਲ ਰਿਹਾ ਸੀ ਜਿਵੇਂ ਉਹ ਵੀ ਇਹਨਾਂ ਤਿੰਨਾਂ ਨਾਲ ਪੱਥਰ ਨੂੰ ਪਰੇ ਹਟਾ ਰਿਹਾ ਹੋਵੇ। ਉਸਦੇ ਮੰਮੀ ਇਹ ਸਭ ਦੇਖ ਰਹੇ ਸਨ। ਅਰਸ਼ ਸਿਰਹਾਣੇ ਨੂੰ ਧੱਕੇ ਮਾਰੀ ਜਾ ਰਿਹਾ ਸੀ ਤੇ ਉਸਦੇ ਮੰਮੀ ਸੋਚ ਰਹੇ ਸਨ ਕਿ ਇਹ ਕੀ ਕਰ ਰਿਹਾ ਹੈ। ਹਾਂਜੀ ਪਿਆਰੇ ਬੱਚਿਓ, ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਡੇ ਮਨ ਵਿੱਚ ਕੀ ਖਿਆਲ ਆਉਂਦੇ ਹਨ? ਆਪਣੇ ਅਧਿਆਪਕ ਜੀ ਨੂੰ ਜ਼ਰੂਰ ਦੱਸਣਾ। ਪਿਆਰੇ ਬੱਚਿਓ, ਤੁਸੀਂ ਇਹਨਾਂ ਤਸਵੀਰਾਂ ਨੂੰ ਆਪਣੀ ਕਾਪੀ ਵਿੱਚ ਜਾਂ ਡਰਾਇੰਗ ਫਾਈਲ ਵਿੱਚ ਜ਼ਰੂਰ ਬਣਾਉਣਾ ਤੇ ਉਹਨਾਂ ਵਿੱਚ ਰੰਗ ਵੀ ਭਰਨਾ। ਅੱਛਾ ਪਿਆਰੇ ਬੱਚਿਓ, ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਇੱਕ ਵਾਰ ਫੇਰ ਅਸੀਂ ਖੇਡ ਦੇ ਵਿੱਚ ਛਲਾਂਗਾ ਲਗਾਉਂਦੇ ਹੋਏ ਅੰਤਰਾਲ ਗਿਣਤੀ ਸਿੱਖਾਂਗੇ। ਬੱਚਿਓ, ਆਓ ਸਭ ਤੋਂ ਪਹਿਲਾਂ ਮਿੰਨੀ ਦੁਆਰਾ ਖੇਡ ਵਿੱਚ ਲਗਾਈਆਂ ਗਈਆਂ ਛਲਾਂਗਾਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਬਿੱਲੀ ਨੇ ਅੱਜ ਖੇਡ ਦੇ ਵਿੱਚ ਇੱਕ ਛਲਾਂਗ ਲਗਾਈ। ਮਿੰਨੀ ਪਹੁੰਚ ਗਈ 5 ਤੇ। ਮਿੰਨੀ ਕਹਿੰਦੀ ਕਿਉਂ ਨਾ ਹੱਲੇ ਹੋਰ ਵੀ ਛਲਾਂਗਾਂ ਲਗਾਈਆਂ ਜਾਣ। ਇਹ ਸੋਚ ਕੇ ਮਿੰਨੀ ਨੇ ਇੱਕ ਹੋਰ ਛਲਾਂਗ ਲਗਾਈ ਤੇ ਮਿੰਨੀ ਪਹੁੰਚ ਗਈ 10 ਤੇ ਮਿੰਨੀ ਅਜੇ ਥੱਕੀ ਵੀ ਨਹੀਂ ਤੇ ਮਿੰਨੀ ਨੇ ਸੋਚਿਆ ਕਿਉਂ ਨਾ ਮੈਂ ਇੱਕ ਹੋਰ ਛਾਲ ਲਗਾ ਲਵਾਂ। ਇਹੀ ਸੋਚ ਕੇ ਮਿੰਨੀ ਨੇ ਇੱਕ ਹੋਰ ਛਾਲ ਲਗਾਈ ਤੇ ਮਿੰਨੀ ਪਹੁੰਚ ਗਈ 15 ਤੇ। ਪਿਆਰੇ ਬੱਚਿਓ, ਤੁਹਾਨੂੰ ਪਤਾ ਹੈ ਜਦੋਂ ਤੁਸੀਂ ਛਾਲਾਂ ਲਗਾਉਂਦੇ ਹੋ, ਖੇਡਦੇ ਹੋ ਤੇ ਫਿਰ ਤੁਹਾਡਾ ਜੀ ਕਰਦਾ ਹੈ ਕਿ ਹੋਰ ਵੀ ਛਾਲਾਂ ਲਗਾਈਏ। ਇਹੀ ਕੰਮ ਅੱਜ ਮਿੰਨੀ ਵੀ ਕਰ ਰਹੀ ਹੈ। ਸੋ ਮਿੰਨੀ ਨੇ 15 ਤੇ ਪਹੁੰਚ ਕੇ ਸੋਚਿਆ ਕਿਉਂ ਨਾ ਇੱਕ ਵਾਰ ਫਿਰ ਛਾਲ ਲਗਾਵਾਂ ਤੇ ਉਸਨੇ ਇਹੀ ਸੋਚਦੇ ਇੱਕ ਹੋਰ ਛਾਲ ਲਗਾ ਦਿੱਤੀ ਤੇ ਪਿਆਰੇ ਬੱਚਿਓ ਮਿੰਨੀ ਪਹੁੰਚ ਗਈ 20 ਤੇ। ਪਿਆਰੇ ਬੱਚਿਓ, ਇਹ ਹੈ ਤੁਹਾਡੀ ਆਪਣੀ ਪਿਆਰੀ ਮਿੰਨੀ। ਮਿੰਨੀ ਅੱਜ ਛਾਲਾਂ ਲਗਾ ਰਹੀ ਹੈ ਤੇ ਆਓ ਫਿਰ ਦੇਖੀਏ ਮਿੰਨੀ ਨੇ ਕਿੱਥੇ ਕਿੱਥੇ ਛਾਲ ਲਾਈ, ਮਿੰਨੀ ਕਿਹੜੀ ਕਿਹੜੀ ਸੰਖਿਆ ਲਿਆਈ ਅਤੇ ਮਿੰਨੀ ਨੇ ਕਿੰਨੀਆਂ ਛਾਲਾਂ ਲਗਾਈਆਂ। ਮਿੰਨੀ ਨੇ ਬਾਹਰ ਖੜੇ ਹੋ ਕੇ ਪਹਿਲੀ ਛਾਲ ਲਗਾਈ। ਮਿੰਨੀ ਪਹੁੰਚ ਗਈ 5 ਤੇ। 5 ਤੇ ਖੜੇ ਹੋ ਕੇ ਮਿੰਨੀ ਨੇ ਦੂਜੀ ਛਾਲ ਲਗਾਈ ਤੇ ਮਿੰਨੀ ਪਹੁੰਚ ਗਈ 10 ਤੇ 10 ਤੇ ਖੜੇ ਹੋ ਕੇ ਮਿੰਨੀ ਨੇ ਤੀਜੀ ਛਾਲ ਲਗਾਈ ਤੇ ਮਿੰਨੀ ਪਹੁੰਚ ਗਈ 15 ਤੇ 15 ਤੇ ਖੜੇ ਹੋ ਕੇ ਮਿੰਨੀ ਨੇ ਚੌਥੀ ਛਾਲ ਲਗਾਈ ਤੇ ਮਿੰਨੀ ਪਹੁੰਚ ਗਈ ਹਾਂਜੀ 20 ਤੇ। ਸੋ ਪਿਆਰੇ ਬੱਚਿਓ, ਅੱਜ ਮਿੰਨੀ ਨੇ 4 ਵਾਰ 5 ਦੀ ਛਲਾਂਗ ਲਗਾਈ ਅਤੇ ਮਿੰਨੀ ਪਹੁੰਚ ਗਈ 20 ਤੇ। ਦੇਖੋ ਕਿਵੇਂ 5 10 15 20। ਸੋ ਬੱਚਿਓ, ਅੱਜ ਅਸੀਂ ਮਿੰਨੀ ਦੀ ਛਲਾਂਗਾਂ ਦੇ ਨਾਲ 5 ਦੀ ਅੰਤਰਾਲ ਗਿਣਤੀ ਵੀ ਸਿੱਖ ਲਈ। ਤੇ ਪਿਆਰੇ ਬੱਚਿਓ, ਆਓ ਫਿਰ 5 ਦੀ ਅੰਤਰਾਲ ਗਿਣਤੀ ਨੂੰ ਇਸ ਤਰ੍ਹਾਂ ਵੀ ਸਿੱਖੀਏ। 5 10 15 20 5 10 15 20। आओ सीखिए अंतराल गिनती दी नवीली। 5 10 15 20। आओ सीखिए अंतराल गिनती दी नवीली। 25 30 35 40 मारो छाल बजाओ ताली। 25 30 35 40 मारो छाल बजाओ ताली। 45 50 45 50 गिनती सीख के कर लो चा। 45
45 50 ਗਿਣਤੀ ਸਿੱਖ ਕੇ ਕਰ ਨੂੰ ਉੱਚਾ 5 10 15 20 25 30 35 40 45 50 5 10 15 20 25 30 35 40 45 50 ਘਰ ਦੇ ਕੰਮ ਵਿੱਚ ਪਿਆਰੇ ਬੱਚਿਓ ਤੁਸੀਂ ਇਹ ਸਵਾਲ ਹੱਲ ਕਰਨੇ ਹਨ। ਸਵਾਲ 1 ਤਸਵੀਰ ਅਨੁਸਾਰ ਜੇਕਰ ਮਿੰਨੀ 6ਵੀਂ ਛਲਾਂਗ ਲਗਾਏਗੀ ਤਾਂ ਕਿੰਨੀ ਸੰਖਿਆ ਤੇ ਪਹੁੰਚੇਗੀ। ਸਵਾਲ 2 ਉਪਰੋਕਤ ਤਸਵੀਰ ਅਨੁਸਾਰ ਮਿੰਨੀ 5 ਦੀ ਛਲਾਂਗ ਲਗਾਉਂਦੇ ਹੋਏ 20 ਤੱਕ ਕਿੰਨਵੀਂ ਛਲਾਂਗ ਵਿੱਚ ਪਹੁੰਚੇਗੀ। ਸਵਾਲ 3 ਸਮਝੋ ਅਤੇ ਕਰੋ 5, 10, 15, ਖਾਲੀ ਥਾਵਾਂ 25, 30, 35, ਖਾਲੀ ਥਾਵਾਂ। ਧੰਨਵਾਦ। Hello dear students, today we are going to do this part. Here you will hear a very little sound of R. How? Let's see. A-R-M. Arm. Arm. Speak after me. Arm. Letter R gives a very little sound. Arm. Next word. Now we will put letter F before this word. Now it is farm. Arm. Farm. He works on the farm. Farm. Next word. Yes, it is A-L. Let's put L before that. Now it is alarm. Arm. Alarm. The alarm helps Rabia to wake up. Alarm. Next word. C-H. Charm. Charm. See how charming the baby is. Charm. Charm. Next word. Now we remove M from here and put K. Now it is arc. And now dark. 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 It is getting dark. Dark. Next, remove D from here and put B. Bark. Yes, the dog is barking. Woo, 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 woo. Bark. Next. Yes, now it is park. I know you have seen this park before. Park. Next word. Yes, S-H, sh. Ark. Shark. Have you ever seen a shark? If not, look here. Shark. Shark. Let's repeat. Arm. Farm. Alarm. Charm. Arm. Farm. Alarm. Charm. Dark. Bark. Park. Shark. Dark. Bark. Park. Shark. Arm, farm, alarm, charm. Dark, bark, park, shark. Now it's time for homework. Try to make drawings of these words like this. Bye bye. See you soon. ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਤੁਸੀਂ ਪੜ੍ਹ ਰਹੇ ਹੋ ਪਾਠ 9ਵਾਂ ਭੋਜਨ ਪਕਾਈਏ ਅਤੇ ਖਾਈਏ। ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੱਖ-ਵੱਖ ਤਰ੍ਹਾਂ ਦਾ ਭੋਜਨ ਖਾਣਾ ਪਸੰਦ ਕਰਦੇ ਹੋ। ਭੋਜਨ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਪਕਾਇਆ ਜਾਂਦਾ ਹੈ,
ਜਿਵੇਂ ਕਿ ਆਲੂ ਵਾਲੇ ਪਰਾਂਠੇ ਬਣਾਉਣ ਲਈ ਆਲੂ ਨੂੰ ਉਬਾਲਿਆ ਜਾਂਦਾ ਹੈ, ਪੂਰੀਆਂ ਨੂੰ ਤਲਿਆ ਜਾਂਦਾ ਹੈ, ਕੇਕ ਨੂੰ ਬੇਕ ਕੀਤਾ ਜਾਂਦਾ ਹੈ। 2 ਤਰੀਕੇ ਉਬਾਲਣਾ ਅਤੇ ਭਾਫ਼ ਦੁਆਰਾ ਪਕਾਉਣਾ, ਇਹਨਾਂ ਬਾਰੇ ਤੁਸੀਂ ਜਾਣ ਵੀ ਚੁੱਕੇ ਹੋ। ਆਓ ਅੱਜ ਅਸੀਂ ਭੋਜਨ ਪਕਾਉਣ ਦੇ ਕੁਝ ਹੋਰ ਢੰਗਾਂ ਬਾਰੇ ਜਾਣਦੇ ਹਾਂ। ਪਿਆਰੇ ਬੱਚਿਓ, ਬ੍ਰੈਡ ਤਾਂ ਤੁਸੀਂ ਸਾਰੇ ਬੱਚੇ ਖਾਂਦੇ ਹੋ। ਜੈਮ ਬ੍ਰੈਡ ਮੱਖਣ ਸੈਂਡਵਿਚ ਆਦਿ ਅਤੇ ਪੀਜ਼ਾ ਪੇਸਟਰੀ ਅਤੇ ਕੁਲਚੇ ਵੀ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹਨਾਂ ਨੂੰ ਕਿਵੇਂ ਤਿਆਰ ਕੀਤਾ ਜਾਂਦਾ ਹੈ? ਇਹਨਾਂ ਨੂੰ ਬੇਕਰੀ ਵਿੱਚ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਤਿਆਰ ਕਰਨ ਦੀ ਵਿਧੀ ਨੂੰ ਬੇਕਿੰਗ ਕਿਹਾ ਜਾਂਦਾ ਹੈ। ਇਸ ਵਿਧੀ ਵਿੱਚ ਭੋਜਨ ਨੂੰ ਭੱਠੀ ਵਿੱਚ ਰੱਖ ਕੇ ਸੇਕ ਨਾਲ ਪਕਾਇਆ ਜਾਂਦਾ ਹੈ। ਬਿਸਕੁਟ ਅਤੇ ਡਬਲ ਰੋਟੀ ਇਸ ਤਰ੍ਹਾਂ ਤੁਸੀਂ ਬੇਕਰੀ ਵਿੱਚ ਤਿਆਰ ਹੁੰਦੇ ਜ਼ਰੂਰ ਦੇਖੇ ਹੋਣਗੇ। ਬੱਚਿਓ, ਬੈਂਗਣ ਦਾ ਭਰਥਾ ਤਾਂ ਤੁਹਾਡੇ ਘਰ ਵਿੱਚ ਜ਼ਰੂਰ ਬਣਦਾ ਹੋਵੇਗਾ। ਕੀ ਤੁਸੀਂ ਕਦੇ ਦੇਖਿਆ ਹੈ ਕਿ ਇਸ ਨੂੰ ਤਿਆਰ ਕਰਨ ਲਈ ਬੈਂਗਣ ਨੂੰ ਸਿੱਧਾ ਅੱਗ ਤੇ ਭੁੰਨਿਆ ਜਾਂਦਾ ਹੈ? ਇਸੇ ਤਰ੍ਹਾਂ ਹੋਰ ਵੀ ਕਈ ਪਦਾਰਥ ਹਨ ਜਿਨ੍ਹਾਂ ਨੂੰ ਭੁੰਨ ਕੇ ਪਕਾਇਆ ਜਾਂਦਾ ਹੈ। ਹਾਂਜੀ, ਅਗਲੀ ਵਿਧੀ ਹੈ ਭੁੰਨਣਾ। ਛੱਲੀ, ਪਾਪੜ, ਸ਼ੱਕਰਕੰਦੀ ਆਦਿ ਭੋਜਨ ਨੂੰ ਸਿੱਧਾ ਅੱਗ ਤੇ ਭੁੰਨ ਕੇ ਪਕਾਇਆ ਜਾਂਦਾ ਹੈ। ਇਹ ਤਾਂ ਤੁਸੀਂ ਆਪਣੇ ਆਲੇ ਦੁਆਲੇ ਜ਼ਰੂਰ ਦੇਖੇ ਹੋਣਗੇ। ਹਾਂਜੀ ਪਿਆਰੇ ਬੱਚਿਓ, ਤਿਉਹਾਰ ਆਦਿ ਮੌਕਿਆਂ ਤੇ ਤੁਹਾਡੇ ਮਾਤਾ ਜੀ ਪੂਰੀਆਂ, ਕਚੌਰੀਆਂ, ਗੁਲਗੁਲੇ ਆਦਿ ਭੋਜਨ ਜ਼ਰੂਰ ਤਿਆਰ ਕਰਦੇ ਹੋਣੇ। ਜੀ ਹਾਂ, ਇਹ ਤਾਂ ਬੱਚਿਆਂ ਦੀਆਂ ਮਨਪਸੰਦ ਚੀਜ਼ਾਂ ਹਨ। ਅਗਲੀ ਵਿਧੀ ਹੈ ਤਲਣਾ। ਇਸ ਵਿਧੀ ਰਾਹੀਂ ਭੋਜਨ ਨੂੰ ਗਰਮ ਤੇਲ ਵਿੱਚ ਪਾ ਕੇ ਪਕਾਇਆ ਜਾਂਦਾ ਹੈ। ਜਿਵੇਂ ਪਕੌੜੇ, ਸਮੋਸੇ, ਉੱਥੇ ਹੀ ਜਲੇਬੀਆਂ ਅਤੇ ਗੁਲਾਬ ਜਾਮਨ ਨੂੰ ਪਹਿਲਾਂ ਤਲਿਆ ਜਾਂਦਾ ਹੈ। ਉਸ ਤੋਂ ਬਾਅਦ ਮਿੱਠਾ ਕਰਨ ਦੇ ਲਈ ਚਾਸ਼ਨੀ ਵਿੱਚ ਡੁਬੋਇਆ ਜਾਂਦਾ ਹੈ। ਬੱਚਿਓ, ਹੁਣ ਤੁਸੀਂ ਭੋਜਨ ਪਕਾਉਣ ਦੇ ਢੰਗਾਂ ਬਾਰੇ ਜਾਣ ਚੁੱਕੇ ਹੋ। ਉਬਾਲਣਾ, ਭਾਫ਼ ਦੁਆਰਾ ਪਕਾਉਣਾ, ਬੇਕਿੰਗ, ਭੁੰਨਣਾ ਅਤੇ ਤਲਣਾ। ਹੁਣ ਵਾਰੀ ਹੈ ਘਰ ਦੇ ਕੰਮ ਦੀ। ਘਰ ਵਿੱਚ ਵੱਖ-ਵੱਖ ਢੰਗਾਂ ਨਾਲ ਪਕਾਏ ਜਾਂਦੇ ਭੋਜਨ ਦੀ ਸੂਚੀ ਬਣਾਓ। ਬੱਚਿਓ, ਇਸ ਸੂਚੀ ਨੂੰ ਤੁਸੀਂ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ। ਲੜੀ ਨੰਬਰ 1 ਤੇ ਭੋਜਨ ਦਾ ਨਾਂ ਪਕੌੜੇ ਅਤੇ ਦੂਜੇ ਕਾਲਮ ਪਕਾਉਣ ਦੀ ਵਿਧੀ ਵਿੱਚ ਤਲਣਾ ਲਿਖਿਆ ਗਿਆ ਹੈ। ਪਿਆਰੇ ਬੱਚਿਓ, ਇਸੇ ਤਰ੍ਹਾਂ ਤੁਸੀਂ ਇਸ ਸੂਚੀ ਨੂੰ ਪੂਰਾ ਕਰਨਾ ਹੈ। ਸਵਾਗਤ ਹੈ ਸਵਾਗਤ ਜ਼ਿੰਦਗੀ ਵਿੱਚ। ਸਤਿ ਸ੍ਰੀ ਅਕਾਲ ਪਿਆਰੇ ਬੱਚਿਓ। ਪਿਆਰੇ ਬੱਚਿਓ, ਆਪਣੇ ਸੁੱਖ ਦੀ ਫਿਕਰ ਕਦੇ ਉਹ ਨਹੀਂ ਕਰਦੇ, ਲੋਕਾਂ ਲਈ ਨਹੀਂ ਜਿਉਂਦੇ, ਲੋਕਾਂ ਲਈ ਨਹੀਂ ਮਰਦੇ। ਪਿਆਰੇ ਬੱਚਿਓ, ਇਸ ਤਰ੍ਹਾਂ ਉਹਨਾਂ ਮਹਾਨ ਲੋਕਾਂ ਤੇ ਖੂਬ ਖਰੀਆਂ ਉਤਰਦੀਆਂ ਹਨ ਜੋ ਆਪਣੇ ਬਾਰੇ ਘੱਟ ਅਤੇ ਲੋਕਾਂ ਬਾਰੇ ਅਤੇ ਦੇਸ਼ ਬਾਰੇ ਜ਼ਿਆਦਾ ਸੋਚਦੇ ਹਨ। ਪਿਆਰੇ ਬੱਚਿਓ, ਅਜਿਹੇ ਮਹਾਨ ਲੋਕਾਂ ਕਰਕੇ ਹੀ ਸਾਡਾ ਦੇਸ਼ ਅੱਜ ਤਰੱਕੀ ਦੀ ਰਾਹ ਤੇ ਹੈ ਅਤੇ ਅਸੀਂ ਬੜੇ ਹੀ ਮਾਣ ਦੇ ਨਾਲ ਆਪਣੇ ਦੇਸ਼ ਦੇ ਵਿੱਚ ਰਹਿ ਰਹੇ ਹਾਂ। ਬੱਚਿਓ, ਅੱਜ ਅਜਿਹੇ ਹੀ ਮਹਾਨ ਲੋਕਾਂ ਦੀ ਜੀਵਨ ਦੇ ਵਿੱਚ ਅਸੀਂ ਇੱਕ ਝਾਤ ਮਾਰਾਂਗੇ। ਚਲੋ ਪਿਆਰੇ ਬੱਚਿਓ, ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਅਜੋਕੇ ਮੱਧ ਪ੍ਰਦੇਸ਼ ਦੀ ਇੱਕ ਫੌਜੀ ਛਾਉਣੀ ਮਹਾਓ ਵਿੱਚ 1891 ਈਸਵੀ ਵਿੱਚ ਹੋਇਆ। ਉਹਨਾਂ ਨੇ ਕਈ ਮੁਸ਼ਕਲਾਂ ਦੇ ਬਾਵਜੂਦ ਸਾਰੀ ਪੜ੍ਹਾਈ ਕੀਤੀ। ਉਹ ਪੜ੍ਹਨ ਦੇ ਬਾਹਰਲੇ ਦੇਸ਼ ਵੀ ਗਏ। ਪਿਆਰੇ ਬੱਚਿਓ, ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਹਨ। ਉਹਨਾਂ ਨੇ ਇਸ ਕਿਤਾਬ ਨੂੰ ਲਿਖਿਆ। ਉਹ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਅਗਲੀ ਸ਼ਖਸੀਅਤ ਹਨ ਸ਼ਹੀਦ ਭਗਤ ਸਿੰਘ। ਪਿਆਰੇ ਬੱਚਿਓ, ਸ਼ਹੀਦ ਭਗਤ ਸਿੰਘ ਜੀ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ। ਭਗਤ ਸਿੰਘ ਦਾ ਜਨਮ 1907 ਈਸਵੀ ਵਿੱਚ ਪਿੰਡ ਬੰਗਾ, ਜ਼ਿਲ੍ਹਾ ਲਾਲਪੁਰ ਵਿੱਚ ਹੋਇਆ। ਬੱਚਿਓ, ਉਹ ਬੜੇ ਹੀ ਸਮਝਦਾਰ ਅਤੇ ਜੋਸ਼ੀਲੇ ਨੌਜਵਾਨ ਸਨ। ਆਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਕਰਕੇ ਭਗਤ ਸਿੰਘ ਜੀ ਨੂੰ ਉਹਨਾਂ ਦੇ 2 ਸਾਥੀਆਂ ਸਮੇਤ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ। ਉਹਨਾਂ ਦੇ ਨਾਲ ਫਾਂਸੀ ਲੈਣ ਵਾਲੇ ਸਾਥੀ ਰਾਜਗੁਰੂ ਅਤੇ ਸੁਖਦੇਵ ਸਨ। ਪਿਆਰੇ ਬੱਚਿਓ, ਉਮੀਦ ਹੈ ਕਿ ਤੁਸੀਂ ਪਾਠ ਬੜੇ ਹੀ ਧਿਆਨ ਨਾਲ ਸੁਣਿਆ ਹੋਵੇਗਾ। ਹੁਣ ਇਹਨਾਂ ਕੁਝ ਪ੍ਰਸ਼ਨਾਂ ਦੇ ਉੱਤਰ ਤੁਸੀਂ ਦੇਣ ਦੇ ਯੋਗ ਹੋ। ਪਹਿਲੇ ਪ੍ਰਸ਼ਨ ਨੂੰ ਧਿਆਨ ਨਾਲ ਸੁਣੋ। ਪਹਿਲਾ ਪ੍ਰਸ਼ਨ ਹੈ, ਮਹਾਨ ਲੋਕ ਕੌਣ ਹੁੰਦੇ ਹਨ? ਅਤੇ ਦੂਸਰਾ ਪ੍ਰਸ਼ਨ ਹੈ, ਆਪਣੇ ਦੇਸ਼ ਦੇ ਮਹਾਨ ਲੋਕਾਂ ਨੂੰ ਕਿਉਂ ਯਾਦ ਰੱਖਣਾ ਚਾਹੀਦਾ ਹੈ? ਸਾਡੇ ਦੇਸ਼ ਦਾ ਸੰਵਿਧਾਨ ਕਿਸ ਨੇ ਲਿਖਿਆ ਸੀ? ਅਤੇ ਸ਼ਹੀਦ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸੀ?
ਉਮੀਦ ਹੈ ਕਿ ਤੁਸੀਂ ਇਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਬੜੇ ਹੀ ਵਧੀਆ ਸੁਚੱਜੇ ਢੰਗ ਦੇ ਨਾਲ ਦੇਣ ਦੇ ਵਿੱਚ ਸਮਰੱਥ ਹੋਵੋਗੇ। ਫਿਰ ਮਿਲਾਂਗੇ ਬੱਚਿਓ ਅਗਲੇ ਪਾਠ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। प्यारे बच्चों, जमात चौथी विशा पंजाबी पाठ 9वां कबड्डी दलजीत चुगे कला द्वारा लिखा ये लेख हुण तक तुसी पढ़ लिया है ਅਤੇ ਇਸ ਦਾ ਬਹੁਤ ਸਾਰਾ ਪਾਠ ਅਭਿਆਸ ਵੀ ਕਰ ਲਿਆ ਹੈ। ਜਿਵੇਂ ਕਿ ਬੱਚਿਓ ਤੁਹਾਨੂੰ ਪਤਾ ਹੈ ਕਿ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਦੇ ਹਨ ਤੇ ਸ਼ਬਦਾਂ ਤੋਂ ਵਾਕ ਬਣਦੇ ਹਨ, ਜਿਨ੍ਹਾਂ ਰਾਹੀਂ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੇ ਹਾਂ, ਜਿਸ ਨਾਲ ਉਸ ਸ਼ਬਦ ਦਾ ਅਰਥ ਬਹੁਤ ਆਸਾਨੀ ਨਾਲ ਸਮਝ ਆ ਜਾਂਦਾ ਹੈ। ਅੱਜ ਦਾ ਸਾਡਾ ਉਪਵਿਸ਼ਾ ਵੀ ਇਸੇ ਨਾਲ ਹੀ ਸੰਬੰਧਿਤ ਹੈ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਤੇ ਚਲੋ ਆਓ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਉਪਵਿਸ਼ਾ। ਪਹਿਲਾ ਸ਼ਬਦ ਮਨਪਸੰਦ। ਹਾਂਜੀ, ਸੋਚੋ ਬੱਚਿਓ, ਇਸ ਤੋਂ ਅਸੀਂ ਕੀ ਵਾਕ ਬਣਾ ਸਕਦੇ ਹਾਂ? ਸ਼ਾਬਾਸ਼, ਸਹੀ ਸੋਚਿਆ ਤੁਸੀਂ ਸਾਰਿਆਂ ਨੇ। ਕਬੱਡੀ ਪੰਜਾਬੀਆਂ ਦੀ ਮਨਪਸੰਦ ਖੇਡ ਹੈ। ਇਸ ਤੋਂ ਇਲਾਵਾ ਦੂਸਰਾ ਵਾਕ ਇਸ ਤੋਂ ਬਣ ਸਕਦਾ ਹੈ ਪੰਜਾਬੀ ਮੇਰਾ मनपसंद विषय है। दूसरा शब्द खिडारी। हाँ जी, बनाओ इस तो भी वाक तुसी सारे। शाबाश, तुसी तो सारे बड़े होशियार हो गए, बिल्कुल ठीक वाक बनाया सबने। कबड्डी दी खेड विच 7 खिडारी भाग लेंदे हन। तुसी भी कोई ना कोई खेड खेडदे होवोगे, ते फिर इसका दूसरा वाक की बनाओगे? शाबाश, मैं फुटबॉल दा खिडारी हाँ। तीसरा शब्द आराम। चलो बनाओ सारे बच्चे इस तो वाक। वाह जी वाह, तुम तो सारे बड़े होशियार हो गए, सबने वाक बना लिया। जन्नत ने तो बहुत खूबसूरत वाक बनाया है कि सानू अपनी मंजिल ते पहुंचे बिना आराम नहीं करना चाहिए। शाबाश। ते दूसरा वाक इस तो की बन सकता है? शाबाश, काम करके आराम करो। चौथा शब्द मैदान। बनाओ जी इस तो भी सारे जाने वाक। शाबाश, बिल्कुल ठीक वाक बनाया तुसी। ए कबड्डी दा मैदान है। इस तो असी दूसरा वाक बना सकते हाँ पंजाब स्टाइल कबड्डी दा मैदान गोलाकार हुंदा है। पंजवां शब्द है जी चुस्त। बनाओ सारे जाने इस तो भी वाक। पाठ विच किथे पढ़िया सी चुस्त शब्द? बिल्कुल सही वाक बनाया तुसी सारिਆਂ ने। कबड्डी दा खिडारी चुस्त होना चाहिए है। इस तो इलावा ਅਸੀਂ दूसरा वाक की बना सकते हैं चुस्त तो खेडां विच भाग लैण नाल शरीर चुस्त रहंदा है। 6वां शब्द पहलवान। पहलवान तो पहला वाक पहलवान अखाड़े विच कुश्ती लड़ रहा सी। ते दूसरा वाक संग्राम सिंह एक पहलवान है। 7वां शब्द कबड्डी। इसका पहला वाक कबड्डी मेरी मनपसंद खेड है। दूसरा वाक मैनू कबड्डी खेडना चंगा लगता है। 8वां ते आखिरी शब्द है साडे कोल जाफी। बनाओ जी इस तो भी वाक। तावी नू रोकण वाले खिडारी नू जाफी कहंदे हन। ते दूसरा वाक इकल्ले जाफी ने ही तावी नू काबू करना हुंदा है। आओ वाकां दी दोहराई करिए। मनपसंद। कबड्डी पंजाबियों की मनपसंद खेड है। खिडारी कबड्डी की खेड विच 7 खिडारी भाग लेंदे हन। आराम, सानू अपनी मंजिल ते पहुंचे बिना आराम नहीं करना चाहिए। मैदान, ए कबड्डी का मैदान है। चुस्त, कबड्डी का खिडारी चुस्त होना चाहिए है। पहलवान, पहलवान अखाड़े विच कुश्ती लड़ रहा सी। कबड्डी, कबड्डी मेरी मनपसंद खेड है। जाफी, धावी नू रोकण वाले खिडारी नू जाफी कहंदे हन। ते हुण वारी है बच्चों घर दे काम दी। तुसी सारिਆਂ ने इन्हां सारे शब्दां दे वाकां नू अपनी पंजाबी दी कॉपी विच सुंदर सुंदर लिखाई विच लिख के लियाउणा है। काल प्यारे बच्चों अभ्यास 2.8 ਦੇ ਸਵਾਲ ਨੰਬਰ 6 ਦੇ आई तो लैके ओ तक भाग आपां समझदे हां। इन्हां विच 4 अंकां वाली संख्या नूं 2 अंकां वाली संख्या ते भाग करना है। तो आपां जे सवाल लै लैंदे हां वो करदे हां। इस विच है 7813 नूं भाग करना है 13 नाल। तो प्यारे बच्चों 7813 नूं 13 भागां विच वंडना है। तो आपां मियारी भाग विधि राहीं कर लैंदे हां।
7813 ਸੰਖਿਆ ਨੂੰ ਆਪਾਂ ਇਸ ਦੇ ਅੰਦਰ ਰੱਖ ਲੈਂਦੇ ਹਾਂ ਅਤੇ 13 ਨੂੰ ਬਾਹਰ ਰੱਖ ਲੈਂਦੇ ਹਾਂ। ਤਾਂ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਆਪਾਂ 13 ਦਾ ਪਹਾੜਾ ਬਣਾ ਲੈਂਦੇ ਹਾਂ, ਜਿਸ ਨਾਲ ਸਵਾਲ ਕਰਨ ਵਿੱਚ ਆਸਾਨੀ ਹੁੰਦੀ ਹੈ। 13 ਏਕਮ 13 ਤੋਂ ਲੈ ਕੇ 13 ਦਾਇਆ 130 ਤੱਕ ਇਹ ਪਹਾੜਾ ਆਪਾਂ ਬਣਾ ਲੈਂਦੇ ਹਾਂ। ਤਾਂ ਬੱਚਿਓ, ਸਭ ਤੋਂ ਪਹਿਲਾਂ ਆਪਣੇ ਕੋਲ ਜੋ 7813 ਸੰਖਿਆ ਹੈ, ਭਾਜ ਸੰਖਿਆ ਕਹਿੰਦੇ ਹੈ ਉਸ ਨੂੰ, ਤਾਂ ਬੱਚਿਓ ਉਸ ਦੇ ਪਹਿਲੇ 2 ਅੰਕ ਯਾਨੀ ਕਿ 78 ਤੱਕ ਆਪਾਂ 13 ਦਾ ਪਹਾੜਾ ਪੜ੍ਹਨਾ ਹੈ ਅਤੇ 13 ਦਾ ਪਹਾੜਾ ਪੜ੍ਹਦੇ ਹੋਏ ਇਹ ਦੇਖਣਾ ਹੈ ਕਿ ਸੰਖਿਆ 78 ਦੇ ਬਰਾਬਰ ਆਵੇ ਜਾਂ 78 ਤੋਂ ਘੱਟ ਆਵੇ, 78 ਤੋਂ ਵੱਧ ਨਹੀਂ ਹੋਣੀ ਚਾਹੀਦੀ। ਤਾਂ ਆਪਾਂ ਪਹਾੜੇ ਦੇ ਵਿੱਚ ਦੇਖਦੇ ਹਾਂ 13 ਛਿੱਕੇ 78 ਸੰਖਿਆ ਹੈ ਤਾਂ ਉਹ ਇਸ ਦੇ ਬਰਾਬਰ ਹੈ। ਛਿੱਕੇ ਲਈ 6 ਅੰਕ ਹੈ ਜਿਹੜਾ ਉਹ ਇਧਰਲੀ ਸਾਈਡ ਉੱਪਰ ਲਗਾ ਲੈਂਦੇ ਹਾਂ ਅਤੇ 13 ਛਿੱਕੇ 78 ਸੰਖਿਆ 78 ਦੇ ਹੇਠਾਂ ਲਗਾ ਲੈਂਦੇ ਹਾਂ ਅਤੇ ਇਹਨਾਂ ਦੀ ਘਟਾਓ ਕਰ ਲੈਂਦੇ ਹਾਂ। ਤਾਂ ਬੱਚਿਓ, ਘਟਾਓ ਕਰਨ ਤੇ ਆਪਣੇ ਕੋਲੇ ਸੰਖਿਆ ਕੁਝ ਵੀ ਨਹੀਂ ਆਉਂਦੀ, ਯਾਨੀ ਕਿ 0 ਆ ਜਾਂਦੀ ਹੈ। ਉੱਪਰੋਂ ਅੰਕ ਉਤਾਰਨਾ ਹੈ 1, ਤਾਂ 1 ਅੰਕ ਉਤਾਰਨ ਤੇ ਆਪਣੇ ਕੋਲੇ ਸੰਖਿਆ 1 ਬਣ ਜਾਂਦੀ ਹੈ। ਹੁਣ ਆਪਾਂ 13 ਦਾ ਪਹਾੜਾ ਫਿਰ ਦੇਖਣਾ ਹੈ। ਜੇ ਆਪਾਂ 13 ਏਕਮ 13 ਲੈਂਦੇ ਹਾਂ ਤਾਂ ਉਹ 1 ਤੋਂ ਵੱਧ ਜਾਂਦਾ ਹੈ, ਤਾਂ ਇਸ ਲਈ 13 0 0 ਹੁੰਦਾ ਹੈ, ਤਾਂ 13 ਨੂੰ 0 ਨਾਲ ਗੁਣਾ ਕਰਕੇ 0 ਆ ਜਾਂਦੀ ਹੈ। ਤਾਂ ਇਸ ਲਈ ਆਪਾਂ 0 ਇੱਧਰ ਲਗਾ ਦੇਵਾਂਗੇ ਅਤੇ 0 ਆ ਜਾਂਦੀ ਹੈ ਜੋ ਉਹ ਇਸ ਦੇ ਹੇਠਾਂ ਲਗਾ ਲੈਂਦੇ ਹਾਂ। ਇਹਨਾਂ ਦੀ ਘਟਾਓ ਕਰਨ ਉਪਰੰਤ 1 ਵਿੱਚੋਂ 0 ਕੱਟਣ ਤੇ ਆਪਣੇ ਕੋਲੇ 1 ਆ ਜਾਂਦਾ ਹੈ ਅਤੇ ਉੱਪਰੋਂ ਵਾਰੀ ਹੈ ਅਗਲੇ ਅੰਕ ਦੀ 3 ਦੀ। ਤਾਂ 1 ਅਤੇ 3 13 ਬਣ ਜਾਂਦੀ ਹੈ ਸੰਖਿਆ। ਹੁਣ ਆਪਾਂ 13 ਦੇ ਪਹਾੜੇ ਵਿੱਚ ਦੇਖਣਾ ਹੈ ਕਿ ਇਸ ਦੇ ਬਰਾਬਰ ਕਿਹੜੀ ਸੰਖਿਆ ਹੈ, ਇਸ ਤੋਂ ਵੱਧ ਨਾ ਹੋਵੇ। ਤਾਂ 13 ਏਕਮ 13 ਹੈ ਬੱਚਿਓ, ਤਾਂ 13 ਏਕਮ 13 ਲਈ 1 ਇੱਧਰ ਲਗਾ ਲੈਂਦੇ ਹਾਂ ਅਤੇ 13 ਸੰਖਿਆ ਦੇ ਹੇਠਾਂ ਲਗਾ ਲੈਂਦੇ ਹਾਂ। ਤਾਂ ਇਹਨਾਂ ਦੇ ਘਟਾਓ ਕਰ ਲੈਂਦੇ ਹਾਂ ਤਾਂ ਇੱਥੇ 0 ਆ ਜਾਂਦਾ ਹੈ। ਤਾਂ ਇਸ ਨੂੰ ਬੱਚਿਓ ਕੀ ਕਹਿ ਦਿੰਦੇ ਹਨ? ਬਾਕੀ ਕਹਿ ਦਿੰਦੇ ਹਨ ਬੱਚਿਓ, ਇਸ ਨੂੰ ਬਾਕੀ ਲਿਖ ਦਿੰਦੇ ਹਨ। ਅਤੇ ਜਿਸ ਸੰਖਿਆ ਨੂੰ ਵੰਡਿਆ ਜਾਂਦਾ ਹੈ ਬੱਚਿਓ, ਇਸ ਸੰਖਿਆ ਨੂੰ, ਇਸ ਨੂੰ ਕੀ ਕਹਿੰਦੇ ਹਨ ਬੱਚਿਓ? 7813 ਸੰਖਿਆ ਹੈ ਜੋ ਅੰਦਰ ਰੱਖੀ ਜਾਂਦੀ ਹੈ। ਹਾਂਜੀ ਬੱਚਿਓ, ਇਸ ਨੂੰ ਭਾਜ ਕਿਹਾ ਜਾਂਦਾ ਹੈ। ਅਤੇ ਬੱਚਿਓ, ਜਿਸ ਦੁਆਰਾ ਇਹ ਸੰਖਿਆ ਵੰਡੀ ਜਾਂਦੀ ਹੈ, ਜਿਸ ਸੰਖਿਆ ਦੁਆਰਾ, ਉਸ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ ਬੱਚਿਓ, ਬਿਲਕੁਲ ਸਹੀ, ਉਸ ਨੂੰ ਭਾਜਕ ਕਿਹਾ ਜਾਂਦਾ ਹੈ। ਅਤੇ ਬੱਚਿਓ, ਵੰਡਣ ਉਪਰੰਤ ਆਪਣੇ ਕੋਲੇ ਜੋ ਉੱਤਰ ਆ ਜਾਂਦਾ ਹੈ, 601 ਉੱਤਰ ਆਇਆ ਹੈ, ਉਸ ਨੂੰ ਬੱਚਿਓ ਕੀ ਕਹਿੰਦੇ ਹਨ? ਹਾਂਜੀ ਬੱਚਿਓ, ਉਸ ਨੂੰ ਭਾਗਫਲ ਕਿਹਾ ਜਾਂਦਾ ਹੈ। ਤਾਂ ਹੁਣ ਬੱਚਿਓ, ਆਪਾਂ ਇਹਨਾਂ ਸਾਰੀਆਂ ਸੰਖਿਆਵਾਂ ਤੋਂ ਆਪਾਂ ਇਸ ਸਵਾਲ ਦੀ ਪੜਤਾਲ ਕਰ ਸਕਦੇ ਹਾਂ। ਤੇ ਹੁਣ ਆਪਾਂ ਪੜਤਾਲ ਕਰ ਲੈਂਦੇ ਹਾਂ। ਤੇ ਪੜਤਾਲ ਕਰਨ ਲਈ ਇੱਕ ਫਾਰਮੂਲਾ ਹੁੰਦਾ ਹੈ ਬੱਚਿਓ, ਭਾਜ ਬਰਾਬਰ ਭਾਗਫਲ ਗੁਣਾ ਭਾਜਕ ਜੋੜ ਬਾਕੀ। ਤਾਂ ਇਸ ਦੇ ਵਿੱਚ ਆਪਾਂ ਸਾਰੀਆਂ ਸੰਖਿਆਵਾਂ ਦੇ ਮੁੱਲ ਭਰ ਲੈਂਦੇ ਹਾਂ। ਭਾਜ ਆਪਣੇ ਕੋਲੇ ਹੈ 7813 ਅਤੇ ਭਾਗਫਲ ਬੱਚਿਓ ਕਿੰਨਾ ਹੈ ਆਪਣੇ ਕੋਲੇ? ਹਾਂਜੀ ਬੱਚਿਓ, 601 ਆਇਆ ਹੈ ਭਾਗਫਲ, ਗੁਣਾ ਭਾਜਕ, ਭਾਜਕ ਆਪਣੇ ਕੋਲੇ ਜਿਸ ਤੇ ਆਪਾਂ ਸੰਖਿਆ ਨੂੰ ਵੰਡਿਆ ਹੈ ਉਸ ਨੂੰ ਭਾਜਕ ਕਿਹਾ ਜਾਂਦਾ ਹੈ, 13 ਹੈ। ਹਾਂਜੀ ਬੱਚਿਓ, ਜੋੜ ਬਾਕੀ, ਬਾਕੀ ਆਪਣੇ ਕੋਲੇ ਕੁਝ ਨਹੀਂ ਆਇਆ ਸੀ, ਆਪਾਂ 0 ਲਿਖ ਲਿਆ ਸੀ। ਤਾਂ ਹੁਣ ਬੱਚਿਓ, ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੋ ਗੁਣਾ ਵਾਲੀਆਂ ਸੰਖਿਆਵਾਂ ਹਨ ਉਹਨਾਂ ਨੂੰ ਹੱਲ ਕਰ ਲੈਂਦੇ ਹਾਂ। 601 ਅਤੇ 13 ਨੂੰ ਗੁਣਾ ਕਰਨ ਉਪਰੰਤ ਆਪਣੇ ਕੋਲੇ 7813 ਸੰਖਿਆ ਬਣ ਜਾਂਦੀ ਹੈ। ਜੋੜ 0 ਉਸੇ ਤਰ੍ਹਾਂ ਲਿਖ ਲੈਂਦੇ ਹਾਂ ਅਤੇ ਭਾਜ ਵਾਲੀ ਸੰਖਿਆ 7813 ਇਹ ਵੀ ਲਿਖ ਲੈਂਦੇ ਹਾਂ। ਹੁਣ ਬੱਚਿਓ, ਆਪਾਂ ਜੋੜ ਕਰ ਲੈਂਦੇ ਹਾਂ ਹੱਲ। 7813 ਵਿੱਚ 0 ਜੋੜਨ ਤੇ ਸੰਖਿਆ ਉਨੀ ਹੀ ਰਹਿੰਦੀ ਹੈ, 7813 ਲਿਖ ਲੈਂਦੇ ਹਾਂ। ਇੱਧਰ ਵਾਲਾ ਭਾਜ ਸੰਖਿਆ ਹੈ ਜੋ ਅੱਗੇ ਵਾਲੀ, ਉਹ ਵੀ ਉਸੇ ਤਰ੍ਹਾਂ 7813 ਆ ਜਾਂਦੀ ਹੈ। ਤਾਂ ਦੋਨੋਂ ਸੰਖਿਆਵਾਂ ਆਪਸ ਵਿੱਚ ਬਰਾਬਰ ਹਨ, ਇਸ ਲਈ ਆਪਣੀ ਪੜਤਾਲ ਅਨੁਸਾਰ ਆਪਣੀ ਭਾਗ ਬਿਲਕੁਲ ਠੀਕ ਹੈ। ਇਹ ਤੁਹਾਡਾ ਘਰ ਦਾ ਕੰਮ ਹੈ। ਅਭਿਆਸ 2.8 ਦੇ 6ਵੇਂ ਸਵਾਲ ਦੇ I ਤੋਂ ਲੈ ਕੇ O ਤੱਕ ਸਾਰੇ ਸਵਾਲ ਤੁਸੀਂ ਕਾਪੀਆਂ ਤੇ ਸਾਫ਼-ਸਾਫ਼ ਹੱਲ ਕਰਨੇ ਹਨ। ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ, ਉਦੋਂ ਤੱਕ ਬਾਏ ਬਾਏ ਬੱਚਿਓ। Hello dear students, today we will do exercise part of lesson number 3, Safety Rules. Part C, identify and write the names of the colors used in the
picture. It is given on page number 26. So students, open your books at page number 26. Are you ready? Let's start. Students, you have to look at this picture very carefully, and then you have to recognize, you have to identify the colors used in this picture. And then students, you have to write the names of the colors in the given blanks. Okay? Let's start now. Students, now look at this picture very carefully and tell me which colors are used in this picture. Students, look here. A girl is holding a top and it is blue in color. The cupboard is also blue in color. This cloth is also blue in color. And look here, the knobs. Can you see the knobs of the drawers? They are also blue in color. So we will write down blue. B-L-U-E. Blue. Okay, students? Dear students, keep on writing side by side. Blue. Now students, look here. These drawers are green in color. So we will write down green. G-R-E-E-N. Green. Okay? Green. Now students, look here. The girl is wearing a frock and it is pink in color. Look here. This cloth is also pink in color. So we will write down pink. P-I-N-K. Pink. Okay? Now students, look at the socks of the girl and these clothes, right? They all are yellow in color. Okay? So we will write down yellow. Y-E-L-L-O-W. Yellow. Okay? Now students, look at the mat. Can you see this mat? This mat and the clip of the girl. And look here, bow of the teddy, this photo frame, boundary of the photo frame. These all items are red in color. Okay, so we will write down red. R-E-D, red. Okay, now students, can you see this cloth? This is a legging. It is purple in color. And here, this cloth is also purple in color. So now we will write down purple. P-U-R-P-L-E. Purple. Okay? Right. Now students, what else? Look at the hair of the girl. Can you see? Yes. Here are brown in color. So we will write down brown. B-R-O-W-N. Brown. Okay? Now students, what else? Can you notice here teeth of the girl? They are white in color. Boundary, this boundary of the cupboard, it's also white in color. So we will write down white. W-H-I-T-E. White. Okay? Dear students, I hope you have enjoyed this exercise. Now it's time for your homework, and your homework is to write these names of the colors in your notebooks and learn them. ਆਓ ਬੱਚਿਓ ਅਸੀਂ ਪਾਠ 10 ਖੇਤ ਤੋਂ ਘਰ ਤੱਕ ਵਿੱਚੋਂ ਮਸਾਲਿਆਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਅਸੀਂ ਸਕੂਲ ਵਿੱਚ ਰਲ ਮਿਲ ਕੇ ਦੁਪਹਿਰ ਦਾ ਭੋਜਨ ਖਾਂਦੇ ਹਾਂ। ਅੱਜ ਵੀ ਦੁਪਹਿਰ ਦੇ ਖਾਣੇ ਵਿੱਚ ਸਬਜ਼ੀ ਬਹੁਤ ਸਵਾਦ ਬਣੀ ਹੋਈ ਸੀ। ਇਸ ਵਿੱਚੋਂ ਆਉਂਦੀ ਸੁਗੰਧ ਲੈ ਕੇ ਲਖਵੀਰ ਨੇ ਅਧਿਆਪਕ ਤੋਂ ਪੁੱਛਿਆ ਕਿ ਇਹ ਕਿਸ ਦੀ ਸੁਗੰਧ ਹੈ। ਅਧਿਆਪਕ ਨੇ ਕਿਹਾ, ਬੇਟਾ ਇਹ ਸੁਗੰਧ ਸਬਜ਼ੀ ਵਿੱਚ ਪਾਏ ਹੋਏ ਮਸਾਲਿਆਂ ਕਾਰਨ ਆ ਰਹੀ ਹੈ। ਲਖਵੀਰ ਨੇ ਕਿਹਾ, ਸਰ ਇਹ ਮਸਾਲੇ ਕੀ ਹੁੰਦੇ ਹਨ? ਅਧਿਆਪਕ ਨੇ ਕਿਹਾ, ਬੇਟਾ ਇਹ ਮਸਾਲੇ ਵੱਖ-ਵੱਖ ਸੁਗੰਧ ਦੇਣ ਵਾਲੇ ਪੌਦਿਆਂ ਦੇ ਬੀਜ, ਪੱਤੇ,
ਛਿੱਲ ਅਤੇ ਜੜ੍ਹਾਂ ਹੁੰਦੀਆਂ ਹਨ। ਇਹ ਸਾਡੇ ਭੋਜਨ ਨੂੰ ਰੰਗ ਅਤੇ ਸੁਗੰਧ ਦਿੰਦੇ ਹਨ। ਇਹ ਭੋਜਨ ਨੂੰ ਸਵਾਦ ਵੀ ਬਣਾਉਂਦੇ ਹਨ। ਇਸ ਤੋਂ ਇਲਾਵਾ ਕੁਝ ਮਸਾਲਿਆਂ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ। ਹਲਦੀ ਜ਼ਖਮਾਂ ਨੂੰ ਠੀਕ ਕਰਨ ਲਈ ਅਤੇ ਲੌਂਗਾਂ ਦਾ ਤੇਲ ਦੰਦ ਦੇ ਦਰਦ ਨੂੰ ਦੂਰ ਕਰਨ ਲਈ ਵਰਤਿਆ ਜਾਂਦਾ ਹੈ। ਹਲਦੀ, ਧਨੀਆ, ਮੇਥੀ, ਸਰੋਂ, ਸੁੰਡ, ਰਾਈ, ਅਜਵੈਣ ਅਤੇ ਮਿਰਚਾਂ ਵਰਗੇ ਮਸਾਲਿਆਂ ਨੂੰ ਅਸੀਂ ਆਮ ਤੌਰ ਤੇ ਖੇਤਾਂ ਵਿੱਚ ਉਗਾ ਲੈਂਦੇ ਹਾਂ। ਫਿਰ ਇਹਨਾਂ ਨੂੰ ਬਰੀਕ ਪੀਸ ਕੇ ਥੋੜੀ ਮਾਤਰਾ ਵਿੱਚ ਵਰਤਦੇ ਹਾਂ। ਲੌਂਗ, ਕਾਲੀ ਮਿਰਚ, ਜ਼ੀਰਾ, ਕੜੀ ਪੱਤਾ, ਇਲਾਇਚੀ ਅਤੇ ਦਾਲਚੀਨੀ ਵਰਗੇ ਮਸਾਲੇ ਦੱਖਣੀ ਭਾਰਤ ਵਿੱਚ ਪੈਦਾ ਹੁੰਦੇ ਹਨ। ਆਓ ਬੱਚਿਓ, ਹੁਣ ਇੱਕ ਕਿਰਿਆ ਕਰਦੇ ਹਾਂ। ਇਹ ਕੁਝ ਮਸਾਲੇ ਹਨ। ਅਸੀਂ ਪਹਿਲਾਂ ਮਸਾਲਿਆਂ ਨੂੰ ਸੂੰਘ ਕੇ ਅਤੇ ਫਿਰ ਸਵਾਦ ਚੱਖ ਕੇ ਪਹਿਚਾਨਣਾ ਹੈ। ਸੂੰਘ ਕੇ ਅਤੇ ਸਵਾਦ ਚੱਖ ਕੇ ਮਸਾਲਿਆਂ ਬਾਰੇ ਜਾਣਨ ਲਈ ਅਸੀਂ ਪਹਿਲਾਂ ਇੱਕ ਬੱਚੇ ਦੀਆਂ ਅੱਖਾਂ ਤੇ ਪੱਟੀ ਬੰਨਾਂਗੇ। ਇਸ ਤੋਂ ਬਾਅਦ ਮਸਾਲਿਆਂ ਨੂੰ ਪਹਿਚਾਨੋ। ਇਹ ਕਿਹੜਾ ਮਸਾਲਾ ਹੈ? ਲੌਂਗ। ਇਹ ਹੈ ਲੌਂਗ। ਹੁਣ ਇਸ ਮਸਾਲੇ ਬਾਰੇ ਦੱਸੋ। ਧਨੀਆ। ਬਿਲਕੁਲ ਠੀਕ, ਇਹ ਹੈ ਧਨੀਆ। ਹੁਣ ਇਸ ਮਸਾਲੇ ਨੂੰ ਸੁਣ ਕੇ ਦੱਸੋ। ਦਾਲਚੀਨੀ। ਬਿਲਕੁਲ ਠੀਕ, ਇਹ ਹੈ ਦਾਲਚੀਨੀ। ਹੁਣ ਅਸੀਂ ਸਵਾਦ ਰਾਹੀਂ ਮਸਾਲਿਆਂ ਦਾ ਪਤਾ ਲਗਾਵਾਂਗੇ। ਇਹ ਕਿਹੜਾ ਮਸਾਲਾ ਹੈ? ਅਜਵਾਇਣ। ਇਹ ਹੈ ਅਜਵਾਇਣ। ਬਿਲਕੁਲ ਠੀਕ। ਹੁਣ ਇਸ ਮਸਾਲੇ ਬਾਰੇ ਦੱਸੋ। ਇਹ ਕਿਹੜਾ ਮਸਾਲਾ ਹੈ? ਇਲਾਇਚੀ। ਇਹ ਹੈ ਇਲਾਇਚੀ। ਬਿਲਕੁਲ ਸਹੀ। ਹੁਣ ਇਸ ਮਸਾਲੇ ਬਾਰੇ ਦੱਸੋ। ਸੌਂਫ। ਇਹ ਹੈ ਸੌਂਫ। ਬੱਚਿਓ, ਤੁਸੀਂ ਵੀ ਆਪਣੇ ਘਰਾਂ ਵਿੱਚ ਇਹ ਕਿਰਿਆ ਜ਼ਰੂਰ ਕਰਨੀ ਹੈ। ਤੁਹਾਡਾ ਘਰ ਦਾ ਕੰਮ ਹੈ ਬੱਚਿਓ। ਕਿਰਿਆ 2, ਤੁਹਾਡੇ ਘਰ ਵਿੱਚ ਕਿਹੜੇ-ਕਿਹੜੇ ਮਸਾਲੇ ਵਰਤੇ ਜਾਂਦੇ ਹਨ, ਆਪਣੇ ਮੰਮੀ ਜੀ ਦੀ ਸਹਾਇਤਾ ਨਾਲ ਲਿਖੋ। ਪਿਆਰੇ ਬੱਚਿਓ, ਅੰਮ੍ਰਿਤ 5ਵੀਂ ਜਮਾਤ ਦਾ ਵਿਦਿਆਰਥੀ ਹੈ। ਅੰਮ੍ਰਿਤ ਆਪਣੀ ਜਮਾਤ ਵਿੱਚੋਂ ਪਹਿਲੇ ਸਥਾਨ ਤੇ ਆਇਆ ਹੈ। ਉਸ ਦੇ ਪਿਤਾ ਜੀ ਨੇ ਉਸ ਨਾਲ ਵਾਅਦਾ ਕੀਤਾ ਸੀ, ਪੁੱਤਰ ਜੇਕਰ ਤੂੰ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰੇਗਾ ਤਾਂ ਤੈਨੂੰ ਚਿੜੀਆਘਰ ਦੀ ਸੈਰ ਕਰਾ ਕੇ ਲਿਆਵਾਂਗਾ। ਤੇ ਅੱਜ ਅੰਮ੍ਰਿਤ ਆਪਣੇ ਪਿਤਾ ਜੀ ਨਾਲ ਛੱਤਬੀੜ ਚਿੜੀਆਘਰ ਵੇਖਣ ਜਾ ਰਿਹਾ ਹੈ। ਤੇ ਚਲੋ ਫਿਰ ਆਪਾਂ ਸਾਰੇ ਵੀ ਚੱਲਦੇ ਹਾਂ ਉਹਨਾਂ ਦੇ ਨਾਲ ਛੱਤਬੀੜ ਚਿੜੀਆਘਰ ਵੇਖਣ ਤੇ ਦੇਖਦੇ ਹਾਂ ਕਿ ਉੱਥੇ ਕਿਹੜੇ-ਕਿਹੜੇ ਜਾਨਵਰ ਤੇ ਪੰਛੀ ਹਨ। ਮੈਂ ਸ਼ੇਰ ਜੰਗਲ ਦਾ ਰਾਜਾ ਹਾਂ। ਮੈਂ ਬਹੁਤ ਤਾਕਤਵਰ ਹਾਂ। ਸਭ ਮੇਰੀ ਇੱਕ ਦਹਾੜ ਨਾਲ ਡਰ ਜਾਂਦੇ ਹਨ। ਮੈਂ ਬਾਂਦਰ ਹਾਂ। ਮੈਂ ਇੱਕ ਬੁੱਧੀਮਾਨ ਤੇ ਸ਼ਰਾਰਤੀ ਜਾਨਵਰ ਹਾਂ। ਮੈਂ ਬਨਮਾਨਸ ਹਾਂ। ਤੁਸੀਂ ਮੈਨੂੰ ਚਿੰਪੈਂਜੀ ਵੀ ਕਹਿੰਦੇ ਹੋ। ਮੈਂ ਹਿਰਨ ਹਾਂ। ਮੈਂ ਨਟਖਟ ਤੇ ਬੜਾ ਹੀ ਸੋਹਣਾ ਜਾਨਵਰ ਹਾਂ। ਮੈਂ ਮਗਰਮੱਛ ਹਾਂ। ਮੈਂ ਪਾਣੀ 'ਚ ਰਹਿਣ ਵਾਲਾ ਜਾਨਵਰ ਹਾਂ। ਮੈਂ ਲੂੰਬੜੀ ਹਾਂ। ਮੈਂ ਬਹੁਤ ਹੀ ਚਲਾਕ ਤੇ ਹਾਜ਼ਰ ਜਵਾਬ ਹਾਂ। ਮੈਂ ਬਾਰਾਂਸਿੰਗਾ ਹਾਂ। ਮੇਰੇ ਸਿੰਘ ਬਹੁਤ ਹੀ ਸੋਹਣੇ ਹਨ ਤੇ ਮੇਰੇ ਸਿੰਘ ਮੇਰੀ ਖਾਸ ਪਹਿਚਾਣ ਹਨ। ਮੈਂ ਲੱਕੜ ਬੱਗਾ ਹਾਂ। ਮੈਂ ਜੰਗਲੀ ਜਾਨਵਰ ਹਾਂ। ਮੇਰਾ ਦਿਮਾਗ ਬਹੁਤ ਤੇਜ਼ ਹੁੰਦਾ ਹੈ। ਮੈਂ ਖਰਗੋਸ਼ ਹਾਂ। ਮੈਂ ਬਹੁਤ ਹੀ ਮਾਸੂਮ ਜਾਨਵਰ ਹਾਂ। ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹਨ। ਮੈਂ ਬਾਘ ਹਾਂ। ਮੈਂ ਬਹੁਤ ਤਾਕਤਵਰ ਜਾਨਵਰ ਹਾਂ। ਮੇਰੀ ਨਜ਼ਰ ਇਨਸਾਨ ਨਾਲੋਂ 10 ਗੁਣਾ ਤੇਜ਼ ਹੁੰਦੀ ਹੈ। ਮੈਂ ਕੱਛੂ ਹਾਂ। ਮੈਂ ਰਿੰਗਣ ਵਾਲਾ ਜਾਨਵਰ ਹਾਂ। ਮੇਰੇ ਸਰੀਰ ਤੇ ਇੱਕ ਸੁਰੱਖਿਆ ਕਵਚ ਹੁੰਦਾ ਹੈ। ਤੇ ਆਓ ਬੱਚਿਓ, ਹੁਣ ਚੱਲਦੇ ਹਾਂ ਚਿੜੀਆਘਰ ਦੇ ਪੰਛੀਆਂ ਨੂੰ ਮਿਲਣ ਤੇ ਦੇਖਦੇ ਹਾਂ ਇਹ ਪੰਛੀ ਸਾਨੂੰ ਕੀ ਕਹਿੰਦੇ ਹਨ। ਮੈਂ ਹੰਸ ਹਾਂ।
ਮੇਰਾ ਰੰਗ ਸਫੈਦ ਵੀ ਹੁੰਦਾ ਹੈ ਤੇ ਕਾਲਾ ਵੀ। ਮੇਰੇ ਸਰੀਰ ਤੇ 25 ਤੋਂ ਵੱਧ ਖੰਭ ਹੁੰਦੇ ਹਨ। ਮੈਂ ਮੈਨਾ ਹਾਂ। ਮੈਂ ਬਹੁਤ ਹੀ ਸੁੰਦਰ ਤੇ ਨਿੱਕਾ ਜਿਹਾ ਪੰਛੀ ਹਾਂ। ਮੇਰੀ ਆਵਾਜ਼ ਬਹੁਤ ਸੋਹਣੀ ਹੁੰਦੀ ਹੈ। ਮੈਂ ਉੱਲੂ ਹਾਂ। ਮੇਰੀਆਂ ਅੱਖਾਂ ਕਦੇ ਵੀ ਹਿਲਦੀਆਂ ਨਹੀਂ, ਬਲਕਿ ਇੱਕ ਥਾਂ ਤੇ ਰਹਿੰਦੀਆਂ ਹਨ। ਮੈਂ ਕਬੂਤਰ ਹਾਂ। ਮੈਂ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਹਾਂ। ਮੈਂ ਇੱਕ ਸਿਆਣਾ ਪੰਛੀ ਹਾਂ। ਮੈਂ ਮੋਰ ਹਾਂ। ਮੈਂ ਭਾਰਤ ਦਾ ਰਾਸ਼ਟਰੀ ਪੰਛੀ ਹਾਂ। ਮੇਰੇ ਖੰਭ ਬਹੁਤ ਸੁੰਦਰ ਹੁੰਦੇ ਹਨ। ਮੈਂ ਗੁਟਾਰ ਹਾਂ। ਮੇਰੀ ਆਵਾਜ਼ ਬਹੁਤ ਤਿੱਖੀ ਹੁੰਦੀ ਹੈ ਤੇ ਮੈਂ ਬਹੁਤ ਹੀ ਚਾਲਾਕ ਹਾਂ। ਮੈਂ ਬਗਲਾ ਹਾਂ। ਮੈਂ ਬਹੁਤ ਹੀ ਚਾਲਾਕ ਪੰਛੀ ਹਾਂ। ਮੈਂ ਉੱਡਣ ਵਿੱਚ ਮਾਹਿਰ ਹਾਂ। ਮੈਂ ਕੁੱਕੜ ਹਾਂ। ਮੈਂ ਹਰ ਰੋਜ਼ ਸਵੇਰੇ ਉੱਠ ਕੇ ਬਾਂਗ ਦਿੰਦਾ ਤੇ ਮੈਂ ਲੋਕਾਂ ਦੀ ਦੇਸੀ ਅਲਾਰਮ ਘੜੀ ਹਾਂ। ਮੈਂ ਕਾਂ ਹਾਂ। ਮੈਂ ਬਾਕੀ ਸਭ ਪੰਛੀਆਂ ਤੋਂ ਬੁੱਧੀਮਾਨ ਹੁੰਦਾ ਹਾਂ। ਮੈਂ ਲੰਬੇ ਸਮੇਂ ਤੱਕ ਇਨਸਾਨੀ ਚਿਹਰੇ ਯਾਦ ਰੱਖ ਸਕਦਾ ਹਾਂ। ਕਾਕਾ ਕਾਕਾ। ਸਾਰੇ ਬੱਚੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਮੈਨੂੰ ਪਤਾ ਹੈ ਚਿੜੀਆ ਘਰ ਦੀ ਸੈਰ ਕਰਕੇ ਤੁਹਾਨੂੰ ਸਭ ਨੂੰ ਬਹੁਤ ਮਜ਼ਾ ਆਇਆ ਹੈ। ਤੇ ਬੱਚਿਓ, ਆਪਾਂ ਉੱਥੇ ਵੀ ਕਿ ਜਾਨਵਰਾਂ ਤੇ ਪੰਛੀਆਂ ਦੀ ਇੱਕ ਵਾਰ ਫਿਰ ਤੋਂ ਦੁਹਰਾਈ ਕਰ ਲੈਂਦੇ ਹਾਂ। ਜਾਨਵਰ ਸ਼ੇਰ, ਬਾਂਦਰ, ਬਣਮਾਨਸ, ਹਿਰਨ, ਮਗਰਮੱਛ, ਲੂੰਬੜੀ, ਬਾਰਾਸਿੰਗਾ, ਲੱਕੜਬੱਗਾ, ਖਰਗੋਸ਼, ਬਾਘ, ਕੱਛੂ। ਤੇ ਹੁਣ ਵੇਖਦੇ ਹਾਂ ਜੀ ਪੰਛੀ। ਹੰਸ, ਮੈਨਾ, ਉੱਲੂ, ਕਬੂਤਰ, ਮੋਰ, ਗੁਟਾਰ, ਬਗਲਾ, ਕੁੱਕੜ ਤੇ ਕਾਂ। ਬੱਚਿਓ, ਹੁਣ ਸਮਾਂ ਹੈ ਘਰ ਦੇ ਕੰਮ ਦਾ। ਤੁਹਾਡੀ ਪਾਠ ਪੁਸਤਕ ਦੇ ਪੰਨਾ ਨੰਬਰ 52 ਉੱਪਰ ਪ੍ਰਸ਼ਨ ਗੱਗਾ ਕਵਿਤਾ ਵਿੱਚ ਆਏ ਪੰਛੀਆਂ ਤੇ ਜਾਨਵਰਾਂ ਦੇ ਨਾਮ ਦੀ ਸੂਚੀ ਬਣਾਓ। ਤੇ ਇਹ ਸੂਚੀ ਬਣਾਉਣ ਵੇਲੇ ਤੁਸੀਂ ਸੁੰਦਰ ਲਿਖਾਈ ਦਾ ਖਾਸ ਧਿਆਨ ਰੱਖਣਾ ਹੈ ਜੀ। ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਅੱਜ ਅਸੀਂ ਗਣਿਤ ਦੀ ਪਾਠ ਪੁਸਤਕ ਦਾ ਅਧਿਆਇ 3 ਮਹੱਤਮ ਸਮਾਵਰਤਕ ਅਤੇ ਲਘੁੱਤਮ ਸਮਾਵਰਤੇ ਸ਼ੁਰੂ ਕਰਨ ਜਾ ਰਹੇ ਹਾਂ। ਇਸ ਅਧਿਆਇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਲਈ ਗੁਣਜ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਔਰ ਅੱਜ ਦੀ ਇਸ ਕਲਾਸ ਵਿੱਚ ਅਸੀਂ ਖੇਡ ਵਿੱਚ ਹੀ ਗੁਣਜ ਬਾਰੇ ਸਿੱਖਾਂਗੇ। ਆਓ ਅਸੀਂ ਸ਼ੁਰੂ ਕਰਦੇ ਹਾਂ। ਪਿਆਰੇ ਬੱਚਿਓ, ਇਹ ਰਮਨ ਹੈ। ਰਮਨ ਨੂੰ ਛੋਟੇ-ਛੋਟੇ ਪੱਥਰ ਇਕੱਠੇ ਕਰਨ ਦਾ ਸ਼ੌਂਕ ਹੈ। ਇਹਨਾਂ ਨੂੰ ਇਕੱਠੇ ਕਰਕੇ ਇਹਨਾਂ ਉੱਪਰ ਉਹ ਰੰਗ ਕਰਦਾ ਹੈ ਅਤੇ ਵੱਖੋ ਵੱਖਰੇ ਡਿਜ਼ਾਈਨ ਬਣਾਉਂਦਾ ਹੈ। ਉਹ ਰੋਜ਼ਾਨਾ 2 ਪੱਥਰ ਇਕੱਠੇ ਕਰਦਾ ਹੈ। ਤਾਂ ਆਓ ਦੇਖੀਏ 9 ਦਿਨਾਂ ਤੱਕ ਉਸਨੇ ਕਿੰਨੇ ਪੱਥਰ ਇਕੱਠੇ ਕਰ ਲਏ ਹਨ। ਤਾਂ ਬੱਚਿਓ, ਪਹਿਲੇ ਦਿਨ ਰਮਨ ਕੋਲ 2 ਪੱਥਰ ਹਨ। ਦੂਸਰੇ ਦਿਨ 2 + 2 4 ਪੱਥਰ। ਤੀਜੇ ਦਿਨ 4 + 2 6 ਪੱਥਰ। ਚੌਥੇ ਦਿਨ 6 + 2 8 ਪੱਥਰ। ਪੰਜਵੇਂ ਦਿਨ 8 + 2 10 ਪੱਥਰ। ਛੇਵੇਂ ਦਿਨ 10 + 2 12 ਪੱਥਰ। ਸੱਤਵੇਂ ਦਿਨ 12 + 2 14 ਪੱਥਰ। ਅੱਠਵੇਂ ਦਿਨ 14 + 2 16 ਪੱਥਰ। ਅਤੇ ਬੱਚਿਓ, ਇਸੇ ਤਰ੍ਹਾਂ 9ਵੇਂ ਦਿਨ 16 + 2 18 ਪੱਥਰ ਹਨ। ਸੋ ਬੱਚਿਓ, ਰਮਨ ਕੋਲ ਹਰ ਰੋਜ਼ 2-2 ਪੱਥਰ ਵੱਧਦੇ ਜਾ ਰਹੇ ਹਨ। ਤਾਂ ਇਸ ਤਰ੍ਹਾਂ ਜੋ ਸਾਨੂੰ ਗਿਣਤੀ ਪ੍ਰਾਪਤ ਹੋ ਰਹੀ ਹੈ 2 4 6 8 10 12 14 16 ਅਤੇ 18 ਇਹ ਸਾਰੇ 2 ਦੇ ਗੁਣਜ ਹਨ। ਆਓ ਬੱਚਿਓ, ਪੱਥਰਾਂ ਦੀ ਇਹ ਗਿਣਤੀ ਹੁਣ ਅਸੀਂ ਕਾਟ ਬਿੰਦੂਆਂ ਅਤੇ ਫਿਰ ਗੁਣਾ ਰੂਪ ਵਿੱਚ ਸਮਝਦੇ ਹਾਂ। ਰਮਨ ਹਰ ਰੋਜ਼ 2 ਪੱਥਰ ਇਕੱਠੇ ਕਰਦਾ ਹੈ। ਇਸ ਲਈ ਅਸੀਂ ਸੰਕੇਤਕ ਰੂਪ ਵਿੱਚ ਕਾਗਜ਼ ਦੀਆਂ 2 ਪੱਟੀਆਂ ਖੜਵੇਂ ਰੂਪ ਵਿੱਚ ਲਈਆਂ ਹਨ। ਇਹਨਾਂ ਨੂੰ ਜਦੋਂ ਅਸੀਂ ਇੱਕ ਲੇਪੀ ਪੱਟੀ ਨਾਲ ਕੱਟਦੇ ਹਾਂ ਤਾਂ ਬੱਚਿਓ ਸਾਨੂੰ ਕਾਟ ਬਿੰਦੂ ਪ੍ਰਾਪਤ ਹੁੰਦੇ ਹਨ।
ਪਹਿਲੀ ਵਾਰ ਵਿੱਚ ਸਾਨੂੰ 2 ਕਾਟ ਬਿੰਦੂ ਪ੍ਰਾਪਤ ਹੋ ਰਹੇ ਹਨ ਔਰ ਗੁਣਾ ਰੂਪ ਵਿੱਚ ਲਿਖਣਾ ਤੁਸੀਂ ਇਹਨਾਂ ਨੂੰ ਸਿੱਖ ਚੁੱਕੇ ਹੋ। 2 ਏਕਮ 2। ਇਸ ਦਾ ਭਾਵ ਹੈ ਕਿ ਪਹਿਲੇ ਦਿਨ ਰਮਨ ਕੋਲ 2 ਪੱਥਰ ਹਨ। ਤਾਂ ਹੁਣ ਬੱਚਿਓ ਇਸੇ ਤਰ੍ਹਾਂ ਅਸੀਂ ਅੱਗੇ ਵਧਦੇ ਜਾਵਾਂਗੇ। ਜਦੋਂ ਅਸੀਂ 2 ਲੇਖਵੀਆਂ ਪੱਟੀਆਂ ਰੱਖਦੇ ਹਾਂ ਤਾਂ ਹੁਣ ਸਾਡੇ ਕੋਲ 4 ਕਾਟ ਬਿੰਦੂ ਆ ਰਹੇ ਹਨ। ਤਾਂ ਇਸ ਦਾ ਭਾਵ ਹੈ ਕਿ ਦੂਸਰੇ ਦਿਨ ਰਮਨ ਕੋਲ 4 ਪੱਥਰ ਹਨ। 3 ਲੇਖਵੀਆਂ ਪੱਟੀਆਂ ਰੱਖਣ ਤੇ ਹੁਣ ਸਾਡੇ ਕੋਲ ਕਾਟ ਬਿੰਦੂ ਬਣ ਰਹੇ ਹਨ 6, ਜਿਸ ਦਾ ਭਾਵ ਹੈ ਕਿ ਤੀਸਰੇ ਦਿਨ ਰਮਨ ਕੋਲ 6 ਪੱਥਰ ਹਨ। ਜਦੋਂ ਅਸੀਂ 4 ਲੇਖਵੀਆਂ ਪੱਟੀਆਂ ਰੱਖਦੇ ਹਾਂ ਤਾਂ ਹੁਣ ਕਾਟ ਬਿੰਦੂਆਂ ਦੀ ਗਿਣਤੀ ਹੈ 8। ਤਾਂ ਚੌਥੇ ਦਿਨ ਉਸ ਕੋਲ 8 ਪੱਥਰ ਹਨ। ਹੁਣ ਅਸੀਂ ਇਹਨਾਂ ਉੱਪਰ 5 ਲੇਖਵੀਆਂ ਪੱਟੀਆਂ ਰੱਖਦੇ ਹਾਂ ਤਾਂ ਦੇਖੋ ਕਿੰਨੇ ਕਾਟ ਬਿੰਦੂ ਬਣ ਰਹੇ ਹਨ। 8 ਅਤੇ 2 10। ਔਰ ਇਸ ਨੂੰ ਅਸੀਂ ਕਿਵੇਂ ਲਿਖਾਂਗੇ? 2 5 10। ਤਾਂ ਪੰਜਵੇਂ ਦਿਨ ਉਸ ਕੋਲ 10 ਪੱਥਰ ਹਨ। ਇਸੇ ਤਰ੍ਹਾਂ ਬੱਚਿਓ ਜਦੋਂ ਅਸੀਂ 6 ਲੇਖਵੀਆਂ ਪੱਟੀਆਂ ਰੱਖਦੇ ਹਾਂ ਤਾਂ ਹੁਣ ਸਾਡੇ ਕੋਲ ਕਾਟ ਬਿੰਦੂ ਬਣ ਰਹੇ ਹਨ 10 ਅਤੇ 2 12। ਤਾਂ 6ਵੇਂ ਦਿਨ ਉਸ ਕੋਲ 12 ਪੱਥਰ ਹਨ। 7 ਲੇਖਵੀਆਂ ਪੱਟੀਆਂ ਰੱਖਣ ਦੇ ਕਾਟ ਬਿੰਦੂਆਂ ਦੀ ਗਿਣਤੀ ਹੈ 12 ਅਤੇ 2 14। ਤਾਂ 7ਵੇਂ ਦਿਨ ਉਸ ਕੋਲ 14 ਪੱਥਰ ਹਨ। ਜਦੋਂ ਅਸੀਂ 8 ਲੇਖਵੀਆਂ ਪੱਟੀਆਂ ਰੱਖ ਦਿੰਦੇ ਹਾਂ ਤਾਂ ਹੁਣ ਕਾਟ ਬਿੰਦੂ ਹਨ 14 ਅਤੇ 2 16, ਯਾਨੀ ਕਿ 8ਵੇਂ ਦਿਨ ਉਸ ਕੋਲ 16 ਪੱਥਰ ਹਨ। ਤਾਂ ਇਸੇ ਤਰ੍ਹਾਂ ਬੱਚਿਓ 9 ਲੇਖਵੀਆਂ ਪੱਟੀਆਂ ਰੱਖਣ ਤੇ ਕਿੰਨੇ ਕਾਟ ਬਿੰਦੂ ਬਣ ਰਹੇ ਹਨ? ਸਾਰਿਆਂ ਦੀ ਗਿਣਤੀ ਕਰੀਏ ਤਾਂ ਇਹ ਹਨ 18। ਗੁਣਾ ਰੂਪ ਵਿੱਚ ਅਸੀਂ ਇਸ ਨੂੰ ਲਿਖਦੇ ਹਾਂ 2 9 18, ਜਿਸ ਦਾ ਭਾਵ ਹੈ ਕਿ 9ਵੇਂ ਦਿਨ ਉਸ ਕੋਲ 18 ਪੱਥਰ ਹਨ। ਤਾਂ ਬੱਚਿਓ 2 ਸੰਖਿਆਵਾਂ ਨੂੰ ਗੁਣਾ ਕਰਨ ਤੇ ਜੋ ਗੁਣਨਫਲ ਪ੍ਰਾਪਤ ਹੁੰਦਾ ਹੈ ਉਹ ਹਰੇਕ ਗੁਣਾ ਕੀਤੀ ਜਾਣ ਵਾਲੀ ਸੰਖਿਆ ਦਾ ਗੁਣਜ ਹੈ। ਜਿਸ ਤਰ੍ਹਾਂ 2 ਅਤੇ 7 ਨੂੰ ਗੁਣਾ ਕਰਨ ਤੇ 14 ਆ ਰਿਹਾ ਹੈ ਤਾਂ 14 2 ਅਤੇ 7 ਦਾ ਗੁਣਜ ਹੈ। ਆਓ ਅਸੀਂ ਇੱਕ ਵਾਰੀ ਫੇਰ ਦੇਖਦੇ ਹਾਂ ਕਿ 2 ਦੇ ਪਹਿਲੇ 9 ਗੁਣਜ ਕਿਹੜੇ-ਕਿਹੜੇ ਹਨ। 2 4 6 8 10 12 14 16 ਅਤੇ 18। ਪਿਆਰੇ ਵਿਦਿਆਰਥੀਓ ਹੁਣ ਅਸੀਂ ਰਮਨ ਦੀ ਕਲਾਸ ਵੱਲ ਚੱਲਦੇ ਹਾਂ। ਰਮਨ ਦੀ ਅਧਿਆਪਿਕਾ ਨੇ ਕਿਹਾ ਕਿ ਅੱਜ ਉਹ ਹਰੇਕ ਦੂਸਰੇ ਰੋਲ ਨੰਬਰ ਨੂੰ ਸੇਬ ਦੇਣਗੇ। ਉਹਨਾਂ ਦੀ ਜਮਾਤ ਵਿੱਚ 30 ਵਿਦਿਆਰਥੀ ਹਨ ਤਾਂ ਸਭ ਤੋਂ ਪਹਿਲਾਂ ਸੇਬ ਉਹਨਾਂ ਨੇ ਰੋਲ ਨੰਬਰ 2 ਨੂੰ ਦਿੱਤਾ। ਤਾਂ ਬੱਚਿਓ ਹੁਣ ਰੋਲ ਨੰਬਰ 2 ਦੇ ਬਾਅਦ ਕਿਹੜੇ-ਕਿਹੜੇ ਰੋਲ ਨੰਬਰ ਦੇ ਹਿੱਸੇ ਵਿੱਚ ਸੇਬ ਆਉਣਗੇ? ਤੁਸੀਂ 2 ਦੇ ਗੁਣਜ ਕਰ ਚੁੱਕੇ ਹੋ ਤਾਂ ਫਿਰ ਦੱਸੋ ਤੁਸੀਂ। मैडम जी रोल नंबर 2 4 6 8 10 12 14 16 ਅਤੇ 18। ਸ਼ਾਬਾਸ਼। ਪਰ 18 ਦੇ ਬਾਅਦ ਅਸੀਂ ਰੁਕਣਾ ਨਹੀਂ ਹੈ, ਇਸੇ ਤਰ੍ਹਾਂ ਅੱਗੇ ਚੱਲਦੇ ਜਾਓ। 20 22 24 26 28 ਅਤੇ 30। ਇਹ ਸਾਰੇ 2 ਦੇ ਗੁਣਜ ਹਨ ਜੋ 2 ਸੰਖਿਆਵਾਂ ਨੂੰ ਗੁਣਾ ਕਰਨ ਤੇ ਪ੍ਰਾਪਤ ਹੁੰਦੇ ਹਨ। ਪਿਆਰੇ ਵਿਦਿਆਰਥੀਓ ਹੁਣ ਵੇਲਾ ਹੈ ਤੁਹਾਡੇ ਘਰ ਦੇ ਕੰਮ ਦਾ। ਘਰ ਦੇ ਕੰਮ ਵਿੱਚ ਤੁਸੀਂ ਇਸੇ ਹੀ ਤਰ੍ਹਾਂ ਛੋਟੇ-ਛੋਟੇ ਗੀਟਿਆਂ ਤੋਂ 2 ਦੇ ਗੁਣਜ ਤਿਆਰ ਕਰਨੇ ਹਨ ਅਤੇ ਇਹ ਗੁਣਜ ਆਪਣੀਆਂ ਕਾਪੀਆਂ ਤੇ ਲਿਖਣੇ ਹਨ। ਧੰਨਵਾਦ। Hello dear students, let's learn English. Today we are going to discuss new words from lesson number 3, child and grandma. Let's start. First word is giant. G-I-A-N-T, giant. Giant means huge. Look at the picture. Look how giant the man is. So we use the word giant
to describe something large or powerful. Okay? So giant means huge. Next word is swift. S-W-I-F-T, swift. Swift means fast. Look, the aeroplane moves swiftly. So what does swift mean? Swift means fast. Okay? Next is spy. S-P-Y, spy. In this lesson, the meaning of spy is notice or see. Let me explain it. Look at this picture. What can you see? Here, the boy is saying, I like to spy little birds. So what's meaning of spy? Spy means to notice or see carefully. Moving further, next word is alien. A-L-I-E-N, alien. The word alien means foreigner or stranger. Dear children, all those people whom we don't know are foreigners or strangers for us. They are not our friends or family. They belong to alien world. So alien means foreigner. Next word is wrinkled. W-R-I-N-K-L-E-D, wrinkled. Wrinkled means old, saggy skin. Old, saggy skin. Look at the picture. The woman has wrinkled skin. The wrinkles appear as we grow older. So wrinkled means old, loose skin. Okay? Next word is caress. C-A-R-E-S-S, caress. Its meaning is gentle touch. Gentle touch. Look, the children are caressing the little baby lovingly. You know, little babies like soft and gentle touch. So caress means gentle touch. Next word is kin. The meaning of kin is relative or family. Dear children, it is very important to love and respect our relatives. They play a great role in our life. Okay? And the last word is forever. It means always. Children, can you tell who will love you forever? Yes, it's mother who can love her children forever and ever. So forever means always. That's all for today. Now it's time for homework. Write down new words and their meanings in your notebooks. Thank you. विषय वातावरण सिक्ख्या जमात पंजवीं। पंजवीं जमात के प्यारे विद्यार्थियों, पाठ 9वां जंगल ਅਤੇ ਜੀਵਨ ਦੇ ਪਿਛਲੇ ਹਿੱਸਿਆਂ ਵਿੱਚ ਤੁਸੀਂ ਜੰਗਲਾਂ ਦੀ ਮਹੱਤਤਾ ਬਾਰੇ ਸਮਝ ਚੁੱਕੇ ਹੋ ਤੇ ਉੱਥੇ ਰਹਿਣ ਵਾਲੇ ਜੀਵ ਜੰਤੂ ਅਤੇ ਆਦੀਵਾਸੀ ਲੋਕਾਂ ਬਾਰੇ ਵੀ ਜਾਣ ਚੁੱਕੇ ਹੋ। ਆਓ ਅੱਜ ਅਸੀਂ ਇਹਨਾਂ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਤੇ ਚਰਚਾ ਕਰੀਏ। ਪ੍ਰਸ਼ਨ ਪਹਿਲਾ, ਸਹੀ ਕਥਨ ਅੱਗੇ ਸਹੀ ਦਾ ਅਤੇ ਗਲਤ ਅੱਗੇ ਗਲਤ ਦਾ ਨਿਸ਼ਾਨ ਲਗਾਓ।
ਪਹਿਲਾ, ਪੰਜਾਬ ਵਿੱਚ ਬਹੁਤ ਜ਼ਿਆਦਾ ਜੰਗਲ ਹਨ। ਬੱਚਿਓ, ਕੀ ਇਹ ਕਥਨ ਸਹੀ ਹੈ? ਨਹੀਂ, ਇਹ ਕਥਨ ਗਲਤ ਹੈ, ਕਿਉਂਕਿ ਪੰਜਾਬ ਵਿੱਚ ਬਹੁਤ ਘੱਟ ਜੰਗਲ ਹਨ। ਦੂਸਰਾ, ਸਾਨੂੰ ਜੰਗਲਾਂ ਨੂੰ ਨਹੀਂ ਕੱਟਣਾ ਚਾਹੀਦਾ। ਬੱਚਿਓ ਸਹੀ ਕਿਹਾ, ਸਾਨੂੰ ਜੰਗਲਾਂ ਨੂੰ ਨਹੀਂ ਕੱਟਣਾ ਚਾਹੀਦਾ, ਕਿਉਂਕਿ ਜੰਗਲਾਂ ਦੇ ਬਹੁਤ ਸਾਰੇ ਫਾਇਦੇ ਹਨ। ਤੀਸਰਾ, ਆਦੀਵਾਸੀ ਜੜੀ ਬੂਟੀਆਂ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਹਨ। ਬਿਲਕੁਲ ਠੀਕ ਕਿਹਾ। ਚੌਥਾ, ਜੰਗਲਾਂ ਦੀ ਕਟਾਈ ਨਾਲ ਜਲ ਚੱਕਰ ਪ੍ਰਭਾਵਿਤ ਹੋ ਰਿਹਾ ਹੈ। ਹਾਂਜੀ ਬੱਚਿਓ, ਕੀ ਇਹ ਕਥਨ ਸਹੀ ਹੈ ਜਾਂ ਗਲਤ ਹੈ? ਬਿਲਕੁਲ ਠੀਕ ਕਿਹਾ, ਇਹ ਕਥਨ ਸਹੀ ਹੈ। ਪੰਜਵਾਂ, ਸਫੈਦੇ ਦੇ ਰੁੱਖ ਨੂੰ ਵਧਣ ਫੁੱਲਣ ਲਈ ਬਹੁਤ ਘੱਟ ਪਾਣੀ ਦੀ ਲੋੜ ਹੈ। ਨਹੀਂ, ਸਫੈਦੇ ਦੇ ਰੁੱਖ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਪ੍ਰਸ਼ਨ ਦੂਜਾ, ਮਿਲਾਨ ਕਰੋ। ਪਿਆਰੇ ਵਿਦਿਆਰਥੀਓ, ਪਾਠ ਵਿੱਚ ਤੁਸੀਂ ਇਹ ਪੜ੍ਹ ਚੁੱਕੇ ਹੋ ਕਿ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਆਦੀਵਾਸੀ ਜਾਤੀ ਦੇ ਲੋਕ ਰਹਿੰਦੇ ਹਨ। ਇੱਕ ਤਰਫ ਸਾਨੂੰ ਰਾਜਾਂ ਦੀ ਸੂਚੀ ਦਿੱਤੀ ਗਈ ਹੈ ਤੇ ਦੂਸਰੀ ਤਰਫ ਸਾਨੂੰ ਆਦੀਵਾਸੀ ਜਾਤੀਆਂ ਦੀ ਸੂਚੀ ਦਿੱਤੀ ਗਈ ਹੈ। ਤੇ ਹੁਣ ਅਸੀਂ ਮਿਲਾਨ ਕਰਨਾ ਹੈ ਕਿ ਕਿਹੜੇ ਰਾਜ ਵਿੱਚ ਕਿਹੜੀ ਆਦੀਵਾਸੀ ਜਾਤੀ ਰਹਿੰਦੀ ਹੈ। ਅਸਾਮ, ਬੱਚੇ ਅਸਾਮ ਵਿੱਚ ਕਿਹੜੀ ਆਦੀਵਾਸੀ ਜਾਤੀ ਰਹਿੰਦੀ ਹੈ? ਕਿਹੜੀ ਰਹਿੰਦੀ ਹੈ? ਬੜੋਜ। ਤੇ ਰਾਜਸਥਾਨ ਵਿੱਚ ਕਿਹੜੀ ਆਦੀਵਾਸੀ ਜਾਤੀ ਰਹਿੰਦੀ ਹੈ? ਭੀਲ। ਬਿਲਕੁਲ ਠੀਕ ਹੈ ਬੱਚਿਓ। ਤੇ ਮੱਧ ਪ੍ਰਦੇਸ਼ ਵਿੱਚ ਕਿਹੜੀ ਆਦੀਵਾਸੀ ਜਾਤੀ ਰਹਿੰਦੀ ਹੈ? ਸਹੀ ਕਿਹਾ ਬੱਚਿਓ, ਕਿਹੜੀ? ਗੋਂਡ। ਤੇ ਝਾਰਖੰਡ ਵਿੱਚ ਬੱਚਿਓ ਬਿਲਕੁਲ ਠੀਕ ਕਿਹਾ, ਕਿਹੜੀ? ਮੁੰਡਾ। ਹੁਣ ਅਸੀਂ ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਪ੍ਰਸ਼ਨ ਤੀਜਾ, ਜੰਗਲਾਂ ਤੋਂ ਕੀ ਭਾਵ ਹੈ? ਕਿਸੇ ਵਿਸ਼ਾਲ ਸਥਾਨ ਉੱਤੇ ਸੰਘਣੇ ਰੂਪ ਵਿੱਚ ਉੱਗੇ ਹੋਏ ਰੁੱਖ ਪੌਦੇ ਹੀ ਨਹੀਂ, ਸਗੋਂ ਝਾੜੀਆਂ, ਜੰਗਲੀ ਜੀਵ ਜੰਤੂ ਅਤੇ ਇੱਥੇ ਵਸਣ ਵਾਲੇ ਆਦੀਵਾਸੀ ਵੀ ਜੰਗਲਾਂ ਦਾ ਹੀ ਹਿੱਸਾ ਹੁੰਦੇ ਹਨ। ਪ੍ਰਸ਼ਨ ਚੌਥਾ, ਆਦੀਵਾਸੀ ਕੌਣ ਹਨ? ਬੱਚਿਓ, ਪਾਠ ਵਿੱਚ ਤੁਸੀਂ ਆਦੀਵਾਸੀ ਲੋਕਾਂ ਬਾਰੇ ਪੜ੍ਹ ਚੁੱਕੇ ਹੋ ਕਿ ਆਦੀਵਾਸੀ ਲੋਕ ਜੰਗਲਾਂ ਵਿੱਚ ਰਹਿੰਦੇ ਹਨ ਅਤੇ ਜੰਗਲਾਂ ਤੋਂ ਪ੍ਰਾਪਤ ਜੜੀ ਬੂਟੀਆਂ ਨਾਲ ਹੀ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹ ਜੰਗਲੀ ਫਲ, ਪੱਤੇ, ਜੜਾਂ ਅਤੇ ਜੰਗਲੀ ਜਾਨਵਰ ਆਦਿ ਖਾ ਕੇ ਗੁਜ਼ਾਰਾ ਕਰਦੇ ਹਨ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਅੱਜ ਅਸੀਂ ਜਿਨ੍ਹਾਂ ਪ੍ਰਸ਼ਨਾਂ ਤੇ ਚਰਚਾ ਕੀਤੀ ਹੈ ਉਹ ਤੁਹਾਨੂੰ ਸਮਝ ਆ ਗਏ ਹੋਣਗੇ। ਸੋ ਬੱਚਿਓ, ਤੁਹਾਡਾ ਘਰ ਦਾ ਕੰਮ ਇਹ ਹੈ ਕਿ ਤੁਸੀਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਆਪਣੀ ਕਾਪੀ ਉੱਤੇ ਸੁੰਦਰ ਲਿਖਾਈ ਵਿੱਚ ਲਿਖਣੇ ਹਨ। ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਪੰਜਾਬੀ ਦੀ ਸੁੰਦਰ ਲਿਖਾਈ ਦੇ ਵਿਸ਼ੇ ਤੇ ਆਪਣਾ ਪ੍ਰੋਜੈਕਟ ਹੈ ਜਿਹੜਾ ਚੱਲਦਾ ਪਿਆ ਹੈ ਔਰ ਇਸੇ ਪ੍ਰੋਜੈਕਟ ਤਹਿਤ ਆਪਾਂ ਚੱਲਦੇ ਤੀਜੇ ਸੈੱਟ ਦੇ ਤੀਜੇ ਅੱਖਰ ਠੱਠਾ ਦੇ ਉੱਤੇ ਪਹੁੰਚ ਚੁੱਕੇ ਹਾਂ। ਹੁਣ ਬੱਚੇ ਤੁਸੀਂ ਧਿਆਨ ਦੇ ਨਾਲ ਬੋਰਡ ਦੇ ਉੱਤੇ ਦੇਖੋ, ਅੱਖਰ ਠੱਠਾ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਉਣੀ ਹੈ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਬੇਟਾ ਅਸੀਂ ਕੀ ਕਰਦੇ ਹਾਂ, ਜਿੰਨੀ ਅਸੀਂ ਅੱਖਰ ਦੀ ਚੜਾਈ ਰੱਖਣੀ ਆ ਉੱਪਰਲੇ ਪਾਸੇ ਅਸੀਂ ਰੇਖਾ ਦੇ ਉੱਤੇ ਰੇਖਾ ਲੈ ਲੈਣੀ ਹੈ। ਬਿਲਕੁਲ ਰੇਖਾ ਦੇ ਉੱਤੇ ਰੇਖਾ। ਉਹਦੇ ਤੋਂ ਬਾਅਦ ਦੇ ਵਿੱਚ ਅਸੀਂ ਕੀ ਕਰਨਾ, ਉਸ ਰੇਖਾ ਦੇ ਸੈਂਟਰ ਦੇ ਵਿੱਚੋਂ ਲਗਭਗ 90 ਡਿਗਰੀ ਦੇ ਉੱਤੇ ਅਸੀਂ ਇੱਕ ਰੇਖਾ ਖਿੱਚਾਂਗੇ। ਲਗਭਗ 25, 30 ਤੋਂ 35% ਤੱਕ ਇਹ ਰੇਖਾ ਹੋ ਸਕਦੀ ਹੈ, ਅੱਧ ਤੱਕ ਨਹੀਂ ਲੈ ਕੇ ਆਵਾਂਗੇ। ਫਿਰ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਅਸੀਂ ਕੀ ਕਰਾਂਗੇ, ਅਸੀਂ ਇਸ ਬਿੰਦੂ ਤੋਂ, ਇਸ ਨੁੱਕਰ ਤੋਂ ਖੱਬੇ ਹੱਥ ਨੂੰ ਗੋਲਾਈ ਦਿੰਦੇ ਹੋਏ ਥੱਲੇ ਬੇਟਾ ਆ ਗਏ। ਤੇ ਇੱਥੇ ਆ ਕੇ ਅਸੀਂ ਕੰਪਲੀਟ ਕਰ ਦਾਂਗੇ।
ਫਿਰ ਬੇਟਾ ਧਿਆਨ ਨਾਲ ਦੇਖ ਲਓ ਅੱਖਰ ਠੱਠਾ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਵਾਂਗੇ। ਸਭ ਤੋਂ ਪਹਿਲਾਂ ਆਹ ਰੇਖਾ ਲੈ ਲਈ, ਉਹਦੇ ਤੋਂ ਬਾਅਦ ਦੇ ਵਿੱਚ ਇੱਥੋਂ 90 ਡਿਗਰੀ ਤੇ ਥੱਲੇ ਲਗਭਗ ਅੱਧ ਨਾਲੋਂ ਛੋਟੀ ਰੇਖਾ ਰੱਖਾਂਗੇ ਬੇਟਾ। ਭਾਵੇਂ ਇਹ 25 30 35% 25 30 35 40% ਤੱਕ ਵੀ ਹੋ ਸਕਦੀ ਹੈ, ਪਰ 50% ਤੇ ਨਹੀਂ ਜਾਵਾਂਗੇ ਅਸੀਂ, ਅੱਧ ਤੱਕ ਨਹੀਂ ਜਾਵਾਂਗੇ। ਔਰ ਇੱਥੋਂ ਫਿਰ ਅਸੀਂ ਇਸ ਪਾਸੇ ਨੂੰ ਗੋਲਾਈ ਦਿੰਦੇ ਹੋਏ ਇੱਥੋਂ ਘੁੰਮਦੇ ਹੋਏ ਇੱਥੇ ਆ ਜਾਾਂਗੇ। ਕਈ ਵਾਰੀ ਕੀ ਹੈ ਸਾਡੇ ਕੋਲ ਇੱਕਦਮ ਗੋਲਾਈ ਨਹੀਂ ਬਣਦੀ, ਉਹ ਫਿਰ ਅਸੀਂ ਆਹ ਸਟੈਪ ਵੀ ਇੱਥੋਂ ਇੱਥੇ ਆ ਗਏ, ਇੱਥੋਂ ਤੱਕ ਆ ਗਏ, ਤੇ ਇਧਰਲੇ ਪਾਸਿਓਂ ਫਿਰ ਇੱਥੇ ਆ ਕੇ ਵੀ ਅਸੀਂ ਇਸ ਅੱਖਰ ਨੂੰ ਪੂਰਾ ਕਰ ਸਕਦੇ ਹਾਂ। ਹੌਲੀ ਹੌਲੀ ਅਭਿਆਸ ਦੇ ਨਾਲ ਜਿਹੜੀ ਆ ਇਹ ਗੋਲਾਈ ਬਣਨ ਲੱਗ ਪੈਂਦੀ ਹੈ। ਸੋ ਬੇਟਾ ਇਹ ਸੀਗਾ ਅੱਖਰ ਠੱਠਾ। ਤੁਸੀਂ ਬੱਚਿਆਂ ਨੇ ਕੀ ਕਰਨਾ ਆ ਵੀ ਆਪਣੇ ਜਿਹੜੀ ਤੁਹਾਡੀਆਂ ਵਰਕਸ਼ੀਟਾਂ ਜਾਂ ਤੁਹਾਡੇ ਕੋਲੇ ਕਾਪੀਆਂ ਉਹਦੇ ਉੱਤੇ ਪੈਨਸਲ ਦੇ ਨਾਲ ਅਭਿਆਸ ਕਰਨਾ ਆ। ਤਾਂ ਇਸ ਅੱਖਰ ਦੇ ਨਾਲ ਹੀ ਬੇਟਾ ਆਪਣਾ ਤੀਜਾ ਸੈੱਟ ਵੀ ਜਿਹੜਾ ਕੰਪਲੀਟ ਹੋ ਗਿਆ, ਜਿਹਦੇ ਵਿੱਚ ਆਪਾਂ ਅੱਖਰ ਸਿੱਖੇ, ਅੱਖਰ ਨੰਨਾ, ਅੱਖਰ ਲੱਲਾ ਤੇ ਅੱਖਰ ਠੱਠਾ। ਸੋ ਕੱਲ ਆਪਾਂ ਬੇਟਾ ਨਵੇਂ ਸੈੱਟ ਚੌਥੇ ਸੈੱਟ ਦੇ ਪਹਿਲੇ ਅੱਖਰ ਦੇ ਨਾਲ ਮਿਲਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।